ਸ਼੍ਰੀ ਅਕਾਲ ਸਟੂਡੈਂਟਸ। ਅੱਜ ਆਪਾਂ ਚੈਪਟਰ ਜਿਹੜਾ ਹੈ ਇੱਕ ਨਿਊ ਚੈਪਟਰ ਸਟਾਰਟ ਕਰਨਾ ਹੈ। ਲਾਸਟ ਟਾਈਮ ਆਪਾਂ એનર્ਜੀ ਮੀਟਰ ਜਿਹੜਾ ਸੀ ਕੰਪਲੀਟ ਕਰ ਲਿਆ ਸੀ। ਸੋ ਅੱਜ ਆਪਾਂ ਮਿਸਲੇਨੀਅਸ ਮੇਅਰਿੰਗ ਇੰਸਟਰੂਮੈਂਟ ਜਿਹੜਾ ਸਟੱਡੀ ਕਰਨਾ। ਇਹਦੇ ਵਿੱਚ ਆਪਾਂ ਕਾਫੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਇੰਸਟਰੂਮੈਂਟ ਆ ਉਹ ਸਟੱਡੀ ਕਰਨੇ ਆ। ਜਿੱਦਾਂ ਆਪਾਂ ਇਹਦੇ ਵਿੱਚ ਮੈਗਰ ਸਟੱਡੀ ਕਰਾਂਗੇ, ਦੈਨ ਆਪਾਂ ਅਰਥ ਟੈਸਟਰ ਜਿਹੜਾ ਉਹਨੂੰ ਸਟੱਡੀ ਕਰਾਂਗੇ। ਉਸ ਤੋਂ ਇਲਾਵਾ ਆਪਾਂ ਫਰੀਕੁਐਂਸੀ ਮੀਟਰ ਅਤੇ ਪਾਵਰ ਫੈਕਟਰ ਮੀਟਰ ਜਿਹੜੇ ਆ ਇਹ ਅਲੱਗ ਮੀਟਰ ਜਿਹੜੇ ਆ ਇਹਨਾਂ ਨੂੰ ਆਪਾਂ ਟੈਸਟ ਕਰਾਂਗੇ। ਬਿਕੋਜ਼ ਵੋਲਟੇਜ ਕਰੰਟ ਅਤੇ ਪਾਵਰ ਨੂੰ ਮੇਅਰ ਕਰਨ ਵਾਸਤੇ ਜਿਹੜਾ ਸੀਗਾ ਆਪਾਂ ਜਿੰਨੇ ਵੀ ਮੈਥਡ ਸੀ ਜਾਂ ਜਿੰਨੇ ਵੀ ਇੰਸਟਰੂਮੈਂਟ ਸੀ ਉਹ ਆਪਾਂ ਸਟੱਡੀ ਕਰ ਚੁੱਕੇ ਹਾਂ। ਸੋ ਮਿਸਲੇਨੀਅਸ ਮੇਅਰਿੰਗ ਇੰਸਟਰੂਮੈਂਟ ਨੂੰ ਆਪਾਂ ਸਟਾਰਟ ਕਰਦੇ ਹਾਂ। ਇਹਦੇ ਵਿੱਚ ਸਭ ਤੋਂ ਫਸਟ ਜਿਹੜਾ ਆਪਣਾ ਟੌਪਿਕ ਆ ਉਹ ਹੈ ਮੈਗਰ। ਸਭ ਤੋਂ ਪਹਿਲਾਂ ਮੈਗਰ ਤੁਹਾਨੂੰ ਦੱਸ ਦਿੰਦਾ ਕੀ ਚੀਜ਼ ਹੁੰਦੀ ਹੈ। ਮੈਗਰ ਇੱਕ ਇੰਸਟਰੂਮੈਂਟ ਹੁੰਦਾ ਆਪਣੇ ਕੋਲ ਜਿਹੜਾ ਕੀ ਹੁੰਦਾ, ਇੱਕ ਵੋਲਟੇਜ ਜਿਹੜਾ ਜਨਰੇਟ ਖੁਦ ਵੀ ਕਰ ਸਕਦਾ ਅਤੇ ਬੈਟਰੀ ਆਪਰੇਟਡ ਵੀ ਹੋ ਸਕਦਾ। ਬਟ ਇਹਦੇ ਨਾਲ ਆਪਾਂ ਜਿਹੜਾ ਆ ਇਨਸੂਲੇਸ਼ਨ ਰੈਜ਼ਿਸਟੈਂਸ ਜਿਹੜਾ ਹੁੰਦਾ ਨਾ ਉਹਦੀ ਵੈਲਿਊ ਨੂੰ ਚੈੱਕ ਕਰਦੇ ਹਾਂ। ਜਿੱਦਾਂ ਮੰਨ ਲਓ ਆਪਾਂ ਕਿਸੇ ਵਾਇਰ ਦੇ ਉੱਪਰ ਇਨਸੂਲੇਸ਼ਨ ਆ, ਆਪਾਂ ਦੇਖਣਾ ਚਾਹੁੰਦੇ ਹਾਂ ਕਿ ਉਹ ਜਿਹੜੀ ਇਨਸੂਲੇਸ਼ਨ ਆ ਉਹਦੀ ਰੈਜ਼ਿਸਟੈਂਸ ਕਿੰਨੀ ਆ। ਸੋ ਉਹ ਜਿਹੜੀ ਚੀਜ਼ ਆ ਉਹ ਆਪਾਂ ਨੋਰਮਲ ਆਪਣੇ ਮਲਟੀਮੀਟਰ ਦੇ ਨਾਲ ਨਹੀਂ ਦੇਖ ਸਕਦੇ, ਬਿਕੋਜ਼ ਉਹਦੀ ਰੈਜ਼ਿਸਟੈਂਸ ਜਿਹੜੀ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਹੈ। ਸੋ ਉੱਥੇ ਕੀ ਆ, ਆਪਾਂ ਮੈਗਰ ਨੂੰ ਯੂਜ਼ ਕਰ ਸਕਦੇ ਹਾਂ। ਜਾਂ ਫਿਰ ਆਪਾਂ ਕੰਟੈਕਟ ਰੈਜ਼ਿਸਟੈਂਸ ਚੈੱਕ ਕਰਨੀ ਹੋਵੇ ਉਹ ਵੀ ਆਪਾਂ ਜਿਹੜੀ ਹੈ ਮੈਗਰ ਦੇ ਨਾਲ ਚੈੱਕ ਕਰ ਸਕਦੇ ਹਾਂ। ਸੋ ਜਿਹੜਾ ਮੈਗਰ ਹੁੰਦਾ ਬਹੁਤ ਹੀ ਯੂਜ਼ਫੁਲ ਇਕਵਿਪਮੈਂਟ ਹੁੰਦਾ। ਜਦੋਂ ਆਪਾਂ ਆਪਣੇ ਅੰਡਰਗਰਾਊਂਡ ਕੇਬਲਸ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਵੀ ਆਪਾਂ ਚੈਕਿੰਗ ਕਰਨੀ ਹੋਵੇ, ਉਹਨਾਂ ਦੀ ਵੀ ਟੈਸਟਿੰਗ ਕਰਨੀ ਹੋਵੇ, ਤਾਂ ਉੱਥੇ ਵੀ ਆਪਾਂ ਜਿਹੜਾ ਮੈਗਰ ਨੂੰ ਯੂਜ਼ ਕਰ ਸਕਦੇ ਹਾਂ। ਆਪਣੇ ਜਿਹੜੇ ਸਬ ਸਟੇਸ਼ਨਸ ਵੀ ਹੁੰਦੇ ਆ ਉੱਥੇ ਵੀ ਆਪਾਂ ਮੈਗਰਸ ਨੂੰ ਇੱਥੋਂ ਤੱਕ ਯੂਜ਼ ਕਰਦੇ ਹਾਂ। ਸੋ ਇਹਨਾਂ ਦੀ ਜਿਹੜੀ ਕਾਸਟ ਹੁੰਦੀ ਆ ਉਹ ਵੇਰੀ ਕਰਦੀ ਆ, ਬਿਕੋਜ਼ ਇਹਨਾਂ ਦੇ ਵਿੱਚ ਕਾਫੀ ਜਿਹੜੀ ਹੁੰਦੀ ਆ ਰੇਂਜਸ ਕਾਫੀ ਆ ਜਾਂਦੀਆਂ ਆ। ਸੋ ਡਿਪੈਂਡ ਕਰਦਾ, ਤੁਸੀਂ 2000 ਤੋਂ ਲੈ ਕੇ ਅਤੇ 1.5 ਲੱਖ ਤੱਕ ਦੇ ਜਿਹੜੇ ਆਪਣੇ ਕੋਲ ਮੈਗਰ ਮਾਰਕੀਟ 'ਚ ਅਵੇਲੇਬਲ ਆ। ਤੁਸੀਂ ਈਜ਼ੀਲੀ ਜਿਹੜਾ ਆ ਉਹਨੂੰ ਬਾਏ ਕਰ ਸਕਦੇ ਆ ਐਜ਼ ਪਰ ਰਿਕੁਆਇਰਮੈਂਟ, ਕਿ ਜਿੰਨੀ ਤੁਸੀਂ ਇਨਸੂਲੇਸ਼ਨ ਰੈਜ਼ਿਸਟੈਂਸ ਮੇਅਰ ਕਰਨੀ ਆ। ਬਾਕੀ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਕਿ ਜਿਹੜੇ ਆਪਣੇ ਇਹ ਹੁੰਦੇ ਆ ਮੈਗਰ ਹੁੰਦੇ ਆ, ਇਹ ਹੈਂਡ ਡਰਿਵਨ ਵੀ ਜਨਰੇਟਰ ਹੁੰਦੇ ਆ, ਯਾਨੀ ਕਿ ਇਹਨਾਂ ਦੇ ਵਿੱਚ ਇਨਬਿਲਟ ਜਨਰੇਟਰ ਵੀ ਹੋ ਸਕਦੇ ਆ, ਡੀਸੀ ਜਨਰੇਟਰ, ਜਾਂ ਫਿਰ ਕੀ ਆ ਇਹਨਾਂ ਦੇ ਵਿੱਚ ਆਪਣਾ ਬੈਟਰੀ ਆਪਰੇਟਡ ਵੀ ਹੋ ਸਕਦੇ ਆ। ਦੋਨਾਂ ਤਰੀਕਿਆਂ ਦੇ ਹੋ ਸਕਦੇ ਆ। ਜਿਹੜਾ ਆਪਾਂ ਸਟੱਡੀ ਕਰ ਰਹੇ ਹਾਂ ਉਹ ਆਪਣੇ ਕੋਲ ਕਿਹੜਾ ਆ, ਜਿਹਦੇ ਵਿੱਚ ਆਪਣੇ ਕੋਲ ਡੀਸੀ ਜਨਰੇਟਰ, ਆਪਾਂ ਹੈਂਡ ਡਰਿਵਨ ਡੀਸੀ ਜਨਰੇਟਰ ਯੂਜ਼ ਕੀਤਾ ਹੋਇਆ। ਜਾਂ ਫਿਰ ਦੂਸਰਾ ਜਿਹੜਾ ਹੋਊਗਾ ਉਹਦੇ ਵਿੱਚ ਜਿਹੜਾ ਹੈਂਡ ਡਰਿਵਨ ਡੀਸੀ ਜਨਰੇਟਰ ਆ ਇਹਨੂੰ ਆਪਾਂ ਰੀਪਲੇਸ ਕਰ ਦਾਂਗੇ ਬੈਟਰੀਜ਼ ਦੇ ਨਾਲ। ਸੋ ਉੱਥੇ ਆਪਾਂ ਬੈਟਰੀ ਯੂਜ਼ ਕਰ ਲਾਂਗੇ, ਬਟ ਵਰਕਿੰਗ ਜਿਹੜੀ ਹੋਊਗੀ ਸੇਮ ਹੋਊਗੀ। ਇਹਦੇ ਵਿੱਚ ਵੀ ਇੱਕ ਤਰ੍ਹਾਂ ਦਾ ਮੂਵਿੰਗ ਕੋਇਲ ਇੰਸਟਰੂਮੈਂਟ ਹੀ ਆਪਾਂ ਜਿਹੜਾ ਇਹਨੂੰ ਇੱਕ ਤਰ੍ਹਾਂ ਬਣਾਇਆ। ਜੇ ਤੁਸੀਂ ਦੇਖੋ ਇਹਦੇ ਵਿੱਚ ਵੀ ਦੇਖੋ, ਇੱਕ ਪੋਟੈਂਸ਼ੀਅਲ ਕੋਇਲ ਹੈ, ਇੱਕ ਕਰੰਟ ਕੋਇਲ ਆ। ਸੋ ਇਹਦੇ ਵਿੱਚ ਵੀ ਆਪਣੇ ਕੋਲ ਕੀ ਆ, ਇੱਕ ਪੋਟੈਂਸ਼ੀਅਲ ਕੋਇਲ ਆ, ਇੱਕ ਕਰੰਟ ਕੋਇਲ ਆ, ਬਟ ਇਹਦੇ ਵਿੱਚ 2 ਪਰਮਾਨੈਂਟ ਮੈਗਨੇਟ ਯੂਜ਼ ਕੀਤੇ। ਇਸ ਕਰਕੇ ਇਹ ਕੀ ਹੋ ਗਿਆ, ਆਪਣੇ ਕੋਲ ਮੂਵਿੰਗ ਕੋਇਲ ਇੰਸਟਰੂਮੈਂਟ ਦੀ ਤਰ੍ਹਾਂ ਹੀ ਹੋ ਗਿਆ, ਪਰਮਾਨੈਂਟ ਮੈਗਨੇਟ ਮੂਵਿੰਗ ਕੋਇਲ ਇੰਸਟਰੂਮੈਂਟ ਹੋ ਗਿਆ ਇਹ। ਸੋ ਇਹਨੂੰ ਆਪਾਂ ਜਿਹੜਾ ਹੈ ਡੀਸੀ ਸਪਲਾਈ 'ਤੇ ਹੀ ਯੂਜ਼ ਕਰ ਸਕਦੇ ਹਾਂ। ਇਸ ਕਰਕੇ ਆਪਾਂ ਕੀ ਹੈ ਇੱਥੇ ਡੀਸੀ ਜਨਰੇਟਰ ਜਾਂ ਬੈਟਰੀਜ਼ ਯੂਜ਼ ਕਰਦੇ ਹਾਂ, ਕਿਉਂਕਿ ਬੈਟਰੀਜ਼ ਵੀ ਕੀ ਕਰਦੀਆਂ, ਡੀਸੀ ਵੋਲਟੇਜ ਹੀ ਆਪਣੇ ਕੋਲ ਜਨਰੇਟ ਕਰਦੀਆਂ, ਅਤੇ ਜਿਹੜਾ ਡੀਸੀ ਜਨਰੇਟਰ ਇਹ ਤੋਂ ਵੀ ਆਪਾਂ ਨੂੰ ਕੀ ਹੈ ਡੀਸੀ ਹੀ ਮਿਲਦੀ ਹੈ। ਹਾਂ, ਜੇ ਇੱਥੇ ਆਪਣੇ ਕੋਲ ਕੋਈ ਕੋਇਲ ਹੁੰਦੀ, ਨਾਰਥ ਸਾਊਥ ਜਿਹੜੇ ਨੇ ਇੱਥੇ ਆਪਣੇ ਕੋਲ ਕੋਈ ਕੋਇਲ ਹੁੰਦੀ, ਇਲੈਕਟ੍ਰੋਮੈਗਨੈਟ ਹੁੰਦਾ ਜਾਂ ਕਹਿ ਲਓ, ਫਿਰ ਆਪਾਂ ਇਹਨੂੰ ਏਸੀ 'ਤੇ ਵੀ ਯੂਜ਼ ਕਰ ਸਕਦੇ ਸੀ। ਬਟ ਇੱਥੇ ਹੁਣ ਪਰਮਾਨੈਂਟ ਮੈਗਨੇਟ ਆ, ਸੋ ਇਸ ਕਰਕੇ ਇਹਨੂੰ ਆਪਾਂ ਕੀ ਹੈ ਡੀਸੀ ਸਪਲਾਈ 'ਤੇ ਚਲਾਉਣਾ ਹੁੰਦਾ। ਇਸ ਕਰਕੇ ਡੀਸੀ ਜਨਰੇਟਰ ਅਤੇ ਬੈਟਰੀਜ਼ ਯੂਜ਼ ਕਰਦੇ ਹਾਂ ਆਪਾਂ। ਸੋ ਇਸ ਕਰਕੇ ਤੁਹਾਨੂੰ ਇਹ ਰੀਜ਼ਨ ਪਤਾ ਲੱਗ ਗਿਆ ਹੋਣਾ ਵੀ ਕਿਉਂ ਆਪਾਂ ਇੱਥੇ ਜਿਹੜਾ ਆ ਡੀਸੀ ਜਨਰੇਟਰ ਜਾਂ ਬੈਟਰੀਜ਼ ਹੀ ਯੂਜ਼ ਕਰਦੇ ਹਾਂ। ਉਹਦੀ ਵਜ੍ਹਾ ਇਹੀ ਆ ਕਿ ਇੱਥੇ ਪਰਮਾਨੈਂਟ ਮੈਗਨੇਟ ਲੱਗੇ ਆ, ਜਿਨ੍ਹਾਂ ਕਰਕੇ ਕੀ ਆ ਇਹ ਰਿਵਰਸ ਡਾਇਰੈਕਸ਼ਨ ਦੇ ਵਿੱਚ ਆਪਾਂ ਇਹਨੂੰ ਨਹੀਂ ਯੂਜ਼ ਕਰ ਸਕਦੇ। ਹਾਂ, ਇੱਥੇ ਜੇ ਆਪਣੇ ਕੋਲ ਇਲੈਕਟ੍ਰੋਮੈਗਨੈਟ ਹੁੰਦੇ ਜਿਹੜੇ ਸਪਲਾਈ ਤੋਂ ਪ੍ਰੋਡਿਊਸ ਹੁੰਦੇ, ਫਿਰ ਆਪਾਂ ਇਹਨੂੰ ਏਸੀ 'ਤੇ ਚਲਾ ਸਕਦੇ ਸੀ। ਸੋ ਮੈਗਰ ਇਜ਼ ਅ ਇੰਸਟਰੂਮੈਂਟ ਯੂਜ਼ਡ ਫॉर ਮੇਅਰਿੰਗ ਦਾ ਹਾਈ ਰੈਜ਼ਿਸਟੈਂਸ ਆਫ ਦਾ ਆਰਡਰ ਆਫ ਮੈਗਾਓਮ ਐਂਡ ਫॉर ਟੈਸਟਿੰਗ ਆਫ ਇਨਸੂਲੇਸ਼ਨ ਰੈਜ਼ਿਸਟੈਂਸ। ਯਾਨੀ ਕਿ ਮੈਗਰ ਉਹ ਇੰਸਟਰੂਮੈਂਟ ਆ ਜਿਹਦੇ ਨਾਲ ਆਪਾਂ ਹਾਈ ਰੈਜ਼ਿਸਟੈਂਸ ਮੈਗਾਓਮ ਤੱਕ ਦੀ ਚੈੱਕ ਕਰ ਸਕਦੇ ਹਾਂ, ਅਤੇ ਟੈਸਟਿੰਗ ਵੀ ਕਰ ਸਕਦੇ ਹਾਂ ਇਨਸੂਲੇਸ਼ਨ ਰੈਜ਼ਿਸਟੈਂਸ ਦੀ, ਕਿਉਂਕਿ ਇਨਸੂਲੇਸ਼ਨ ਰੈਜ਼ਿਸਟੈਂਸ ਵੀ ਜਿਹੜੀ ਹੁੰਦੀ ਆ ਉਹ ਮੈਗਾਓਮ ਦੇ ਵਿੱਚ ਹੀ ਹੁੰਦੀ ਵੈਲਿਊ ਦੀ। ਵਰਕਿੰਗ ਪ੍ਰਿੰਸੀਪਲ ਕੀ ਆ, ਸੋ ਦਾ ਇੰਸਟਰੂਮੈਂਟ ਇਜ਼ ਬੇਸਡ ਔਨ ਦਾ ਸੇਮ ਪ੍ਰਿੰਸੀਪਲ ਐਜ਼ ਦੈਟ ਆਫ ਮੂਵਿੰਗ ਕੋਇਲ। ਯਾਨੀ ਕਿ ਜਿਹੜਾ ਇੰਸਟਰੂਮੈਂਟ ਹੈ ਇਹਦਾ ਪ੍ਰਿੰਸੀਪਲ ਜਿਹੜਾ ਸੇਮ ਮੂਵਿੰਗ ਕੋਇਲ ਇੰਸਟਰੂਮੈਂਟ ਵਾਂਗੂ ਹੀ ਹੁੰਦਾ, ਕਿ ਜਦੋਂ ਵੀ ਕਰੰਟ ਕੈਰਿੰਗ ਕੰਡਕਟਰ ਜਿਹੜਾ ਹੁੰਦਾ ਉਹਨੂੰ ਆਪਾਂ ਮੈਗਨੈਟਿਕ ਫੀਲਡ ਦੇ ਵਿੱਚ ਪ੍ਰੇਸ ਕਰਦੇ ਹਾਂ ਤਾਂ ਮਕੈਨੀਕਲ ਫੋਰਸ ਉਹਦੇ ਉੱਤੇ ਲੱਗ ਜਾਂਦੀ। ਸੋ ਆਹ ਦੇਖੋ, ਆਹ 2 ਕਰੰਟ ਕੈਰਿੰਗ ਕੰਡਕਟਰ ਆ, ਕੋਇਲ A ਅਤੇ B, ਇਹਨੂੰ ਮੈਗਨੈਟਿਕ ਫੀਲਡ 'ਚ ਪ੍ਰੇਸ ਕੀਤਾ ਅਤੇ ਇਹਨਾਂ ਦੇ ਨਾਲ ਕੀ ਆ, ਇਹਦੇ ਨਾਲ ਕੀ ਆ ਆਪਣੀ ਅੱਗੇ ਨੀਡਲ ਕਨੈਕਟਡ ਆ। ਸੋ ਪੁਆਇੰਟਰ ਜਿਹੜਾ ਹੋਊਗਾ ਉਹ ਮੂਵ ਹੋਊਗਾ, ਫੋਰਸ ਜਿਹੜੀ ਹੋਊਗੀ ਪੁਆਇੰਟਰ 'ਤੇ ਲੱਗੂਗੀ। ਉਹੀ ਉਹਨੇ ਲਿਖਿਆ, ਵੈਨ ਅ ਕਰੰਟ ਕੈਰਿੰਗ ਕੰਡਕਟਰ ਇਜ਼ ਪਲੇਸਡ ਇਨ ਮੈਗਨੈਟਿਕ ਫੀਲਡ ਮਕੈਨੀਕਲ ਫੋਰਸ ਇਜ਼ ਐਗਜ਼ਰਟਡ। ਦ ਮੈਗਨੀਟਿਊਡ ਐਂਡ ਡਾਇਰੈਕਸ਼ਨ ਆਫ ਫੋਰਸ ਡਿਪੈਂਡ ਅਪੋਨ ਦਾ ਸਟਰੈਂਥ ਐਂਡ ਡਾਇਰੈਕਸ਼ਨ ਆਫ ਕਰੰਟ ਐਜ਼ ਵੈਲ ਐਜ਼ ਮੇਨ ਮੈਗਨੈਟਿਕ ਫੀਲਡ। ਅਤੇ ਜਿਹੜਾ ਮੈਗਨੀਟਿਊਡ ਜਾਂ ਡਾਇਰੈਕਸ਼ਨ ਹੋਊਗਾ ਇਸ ਪੁਆਇੰਟਰ ਦਾ, ਮੈਗਨੀਟਿਊਡ ਮਤਲਬ ਕਿ ਕਿੰਨੀ ਲੈਵਲ ਆ ਉਹਦਾ, ਅਤੇ ਡਾਇਰੈਕਸ਼ਨ ਵੀ ਪੋਜ਼ੀਟਿਵ ਨੈਗੇਟਿਵ ਕਿੱਧਰ ਨੂੰ ਉਹ ਜਿਹੜਾ ਆ ਮੂਵ ਕਰ ਰਿਹਾ, ਉਹ ਡਿਪੈਂਡ ਕਰੂਗਾ ਕਿ
ਮੈਗਨੈਟਿਕ ਫੀਲਡ ਦੀ ਸਟਰੈਂਥ ਕਿੰਨੀ ਆ ਤੇ ਉਹਦੇ ਵਿੱਚ ਜਿਹੜਾ ਕਰੰਟ ਫਲੋ ਕਰਦਾ ਉਹਦੀ ਡਾਇਰੈਕਸ਼ਨ ਕਿੰਨੀ ਆ ਤੇ ਮੇਨ ਫੀਲਡ ਜਿਹੜਾ ਉਹਦੀ ਕਿੰਨੀ ਡਾਇਰੈਕਸ਼ਨ ਆ ਤੇ ਕਿੰਨੀ ਸਟਰੈਂਥ ਆ। ਮੇਨ ਫੀਲਡ ਤਾਂ ਆਪਣੇ ਕੋਲ ਆਹੀ ਹੋ ਗਿਆ ਨਾ, ਨਾਰਥ ਤੇ ਸਾਊਥ ਜਿਹੜੇ ਹੋ ਗਏ ਮੇਨ ਫੀਲਡ ਹੋ ਗਿਆ, ਤਾਂ ਕੌਨਸਟੈਂਟ ਹੀ ਰਹਿਣਾ ਆਪਣੇ ਕੋਲ। ਵੇਰੀ ਕੀ ਕਰਨਾ, ਵੇਰੀ ਆਪਣੇ ਕੋਲ ਇੱਧਰਲਾ ਹਿੱਸਾ ਕਰਨਾ। ਸੋ ਜੇ ਮੈਂ ਇਹਦੀ ਕੰਸਟਰਕਸ਼ਨ ਦੇਖਾਂ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਡਿਫਲੈਕਟਿੰਗ ਐਂਡ ਕੰਟਰੋਲ ਕੋਇਲ। ਸੋ ਕਨੈਕਟਡ ਇਨ ਪੈਰਲਲ ਟੂ ਦ ਜਨਰੇਟਰ mounted at right angle to each other and maintain polarities in such a way produce torque in opposite direction। ਡਿਫਲੈਕਟਿੰਗ ਤੇ ਕੰਟਰੋਲਿੰਗ ਕੋਇਲ ਆਹੀ ਹੈ, ਕੋਇਲ A ਤੇ ਕੋਇਲ B ਨੂੰ ਹੀ ਦੱਸਿਆ ਹੋਇਆ ਉਹਨੇ। ਦੈਨ ਆਪਣੇ ਕੋਲ ਆ ਗਿਆ ਪਰਮਾਨੈਂਟ ਮੈਗਨੇਟ। ਪਰਮਾਨੈਂਟ ਮੈਗਨੇਟ ਕੀ ਆ, ਡਿਫਲੈਕਟਿੰਗ ਟਾਰਕ ਜਿਹੜਾ ਇਹ ਪ੍ਰੋਵਾਈਡ ਕਰਵਾਉਂਦੇ ਆ। ਸੋ ਪ੍ਰੋਡਿਊਸ ਮੈਗਨੈਟਿਕ ਫੀਲਡ ਟੂ ਡਿਫਲੈਕਟ ਦਾ ਪੁਆਇੰਟਰ ਵਿਦ ਨਾਰਥ ਸਾਊਥ ਪੋਲ ਮੈਗਨੇਟ। ਸੋ ਪਰਮਾਨੈਂਟ ਮੈਗਨੇਟ ਆ, ਓਬਵੀਅਸਲੀ ਗੱਲ ਇਹਦੇ ਵਿੱਚ ਇੱਕ ਨਾਰਥ ਪੋਲ ਹੋਊਗਾ ਇੱਕ ਸਾਊਥ ਪੋਲ ਹੋਊਗਾ, ਤੇ ਇਹੀ ਡਿਫਲੈਕਟਿੰਗ ਟਾਰਕ ਜਿਹੜਾ ਆ ਪ੍ਰੋਡਿਊਸ ਕਰਾਉਂਦੇ ਆ। ਬਟ ਹੋਊਗਾ ਕਦੋਂ, ਜਦੋਂ ਕੋਇਲ 'ਚੋਂ ਵੀ ਕਰੰਟ ਪ੍ਰੋਡਿਊਸ ਹੋਇਆ। ਨੈਕਸਟ ਮੇਰੇ ਕੋਲ ਆ ਜਾਂਦਾ ਆ ਪੁਆਇੰਟਰ। ਸੋ ਵਨ ਐਂਡ ਆਫ ਦਾ ਪੁਆਇੰਟਰ ਕਨੈਕਟਡ ਵਿਦ ਕੋਇਲ, ਅਨਦਰ ਐਂਡ ਡਿਫਲੈਕਟ ਔਨ ਸਕੇਲ ਫਰੋਮ ਇਨਫਿਨਿਟੀ ਟੂ 0। ਸੋ ਜਿਹੜਾ ਇੱਕ ਪੁਆਇੰਟਰ ਦਾ ਪੁਆਇੰਟ ਆ ਆਪਣੇ ਕੋਲ, ਉਹ ਕਿੱਥੇ ਆ, ਮੇਰਾ ਮੂਵਿੰਗ ਕੋਇਲ ਦੇ ਨਾਲ ਕਨੈਕਟਡ ਆ, ਤੇ ਦੂਸਰਾ ਪੁਆਇੰਟ ਜਿਹੜਾ ਆ ਉਹ ਕਿੱਥੇ, ਸਕੇਲ ਦੇ ਉੱਪਰ ਆ, ਜਿਹੜਾ ਕਿ ਸਕੇਲ ਕੀ ਆ ਹੁਣ ਇਨਫਿਨਿਟੀ ਤੋਂ 0 ਤੱਕ ਜਿਹੜਾ ਆਪਣੇ ਨੂੰ ਸ਼ੋਅ ਕਰੂਗਾ। ਨੈਕਸਟ ਮੇਰੇ ਕੋਲ ਆ ਗਿਆ DC ਜਨਰੇਟਰ ਔਰ ਬੈਟਰੀ ਕਨੈਕਸ਼ਨ। ਸੋ ਟੈਸਟਿੰਗ ਵੋਲਟੇਜ ਇਜ਼ ਪ੍ਰੋਡਿਊਸਡ ਬਾਈ ਹੈਂਡ ਆਪਰੇਟਡ DC ਜਨਰੇਟਰ ਫॉर ਮੈਨੂਅਲੀ ਆਪਰੇਟਡ ਮੈਗਰ, ਤੇ ਬੈਟਰੀ ਇਲੈਕਟ੍ਰੋਨਿਕ ਵੋਲਟੇਜ ਚਾਰਜਰ ਇਜ਼ ਪ੍ਰੋਵਾਈਡਡ ਫॉर ਆਟੋਮੈਟਿਕ ਟਾਈਪ ਮੈਗਰ ਫॉर ਸਮ ਪਰਪਸ, ਸੇਮ ਪਰਪਸ। ਸੋ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ DC ਜਨਰੇਟਰ ਹੈਂਡ ਡਰਿਵਨ DC ਜਨਰੇਟਰ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਜਾਂ ਫਿਰ ਆਪਾਂ ਬੈਟਰੀਜ਼ ਵੀ ਯੂਜ਼ ਕਰ ਸਕਦੇ ਹਾਂ। ਨੈਕਸਟ ਆ ਜਾਂਦਾ ਮੇਰੇ ਕੋਲ ਪ੍ਰੈਸ਼ਰ ਕੋਇਲ ਰੈਜ਼ਿਸਟੈਂਸ ਐਂਡ ਕਰੰਟ ਕੋਇਲ ਰੈਜ਼ਿਸਟੈਂਸ। ਸੋ ਆ ਦੇਖੋ R1 ਜਿਹੜੀ ਆ ਇਹ ਮੇਰੇ ਕੋਲ ਕੀ ਆ, ਪ੍ਰੈਸ਼ਰ ਕੋਇਲ ਰੈਜ਼ਿਸਟੈਂਸ ਆ, ਤੇ R2 ਕੀ ਆ, ਕਰੰਟ ਕੋਇਲ ਰੈਜ਼ਿਸਟੈਂਸ ਆ। ਸੋ ਕੋਇਲ A ਜਿਹੜੀ ਆ ਇਹ ਮੇਰੇ ਕੋਲ ਪ੍ਰੈਸ਼ਰ ਕੋਇਲ ਆ। ਕਿਉਂ ਪ੍ਰੈਸ਼ਰ ਕੋਇਲ ਆ, ਕਿਉਂਕਿ ਇਹ ਪੈਰਲਲ ਦੇ ਵਿੱਚ ਲੱਗੀ। ਸੋ ਇਹਨੂੰ ਪੋਟੈਂਸ਼ੀਅਲ ਕੋਇਲ ਵੀ ਕਹਿ ਸਕਦੇ ਹਾਂ ਜਾਂ ਪੈਰਲਲ ਕੋਇਲ ਵੀ ਕਹਿ ਸਕਦੇ ਹਾਂ। ਦੇਖੋ ਇੱਕ ਪੁਆਇੰਟ ਕੀ ਆ ਇਹਦਾ, ਇੱਧਰ ਲੱਗਾ ਹੋਇਆ, ਇਹਦੇ ਪੋਜ਼ਿਟਿਵ ਦੇ ਨਾਲ ਲੱਗਾ ਹੋਇਆ, ਤੇ ਦੂਸਰਾ ਐਂਡ ਕਿੱਥੇ ਇਹਦਾ, ਨੈਗੇਟਿਵ ਦੇ ਨਾਲ ਲੱਗਾ ਹੋਇਆ। ਸੋ ਇਹ ਮੇਰੇ ਕੋਲ ਕੀ ਹੋ ਗਈ, ਪ੍ਰੈਸ਼ਰ ਕੋਇਲ ਹੋ ਗਈ। ਸੋ ਪ੍ਰੈਸ਼ਰ ਕੋਇਲ ਨਾਲ ਜਿਹੜੀ ਰੈਜ਼ਿਸਟੈਂਸ ਲੱਗੀ ਹੈ ਉਹਨੂੰ ਮੈਂ ਕਹੂੰਗਾ ਪ੍ਰੈਸ਼ਰ ਕੋਇਲ ਰੈਜ਼ਿਸਟੈਂਸ। ਤੇ ਇਹ ਜਿਹੜੀਆਂ ਦੋਨੋਂ ਰੈਜ਼ਿਸਟੈਂਸ ਹੁੰਦੀਆਂ ਆ, ਇਹਨਾਂ ਦਾ ਕੰਮ ਇਹੀ ਹੁੰਦਾ ਕਿ ਜਿਹੜੀ ਹਾਈ ਵੋਲਟੇਜ ਆ ਉਹ ਤੋਂ ਜਿਹੜੀ ਕੋਇਲ ਹੁੰਦੀ ਆ ਉਹਨੂੰ ਪ੍ਰੋਟੈਕਟ ਕਰਨਾ ਹੁੰਦਾ, ਜਾਂ ਹਾਈ ਕਰੰਟ ਜਿਹੜਾ ਹੁੰਦਾ ਉਹ ਤੋਂ ਪ੍ਰੋਟੈਕਟ ਕਰਨਾ ਹੁੰਦਾ, ਤਾਂ ਕਿ ਜਿਹੜੀ ਮੇਰੀ ਕੋਇਲ ਆ ਉਹ ਡੈਮੇਜ ਨਾ ਹੋ ਜਾਏ। ਸੋ ਪ੍ਰੋਟੈਕਟ ਇੰਸਟਰੂਮੈਂਟ ਫਰੋਮ ਐਨੀ ਡੈਮੇਜ ਬਿਕੋਜ਼ ਆਫ ਲੋ ਐਕਸਟਰਨਲ ਇਲੈਕਟ੍ਰੀਕਲ ਰੈਜ਼ਿਸਟੈਂਸ। ਕਿਉਂਕਿ ਦੇਖੋ ਜੇ ਮੈਂ ਹੁਣ ਕਰੰਟ ਕੋਇਲ ਦੀ ਵੀ ਆ ਦੇਖੋ, ਆ ਕੋਇਲ B ਕਰੰਟ ਕੋਇਲ ਆ, ਇਹਦੇ ਵਿੱਚ ਵੀ ਆ ਦੇਖੋ ਰੈਜ਼ਿਸਟੈਂਸ ਲੱਗੀ ਹੋਈ R2, ਤੇ ਇਹ ਸੀਰੀਜ਼ 'ਚ ਕਿਉਂ ਕਹਿ ਰਹੇ ਆ, ਦੇਖੋ ਇਹ ਨੈਗੇਟਿਵ ਟਰਮੀਨਲ ਤੋਂ ਹੋ ਕੇ ਕੀ ਆ ਅੱਗੇ ਨੈਗੇਟਿਵ ਟਰਮੀਨਲ ਦੇ ਨਾਲ ਜੁੜ ਗਈ ਹੈ। ਸੋ ਇਹ ਸੀਰੀਜ਼ ਦੇ ਵਿੱਚ ਆ। ਹੁਣ ਦੇਖੋ ਜੇ X ਤੇ Y ਪੁਆਇੰਟ ਜਿਹੜੇ ਨਾ ਟੈਸਟਿੰਗ ਟਰਮੀਨਲ ਆ, ਯਾਨੀ ਕਿ ਜਿਹੜੀ ਵੀ ਚੀਜ਼ ਦੀ ਮੈਂ ਇਨਸੂਲੇਸ਼ਨ ਰੈਜ਼ਿਸਟੈਂਸ ਚੈੱਕ ਕਰਨੀ ਆ ਜਾਂ ਫਿਰ ਅਰਥ ਰੈਜ਼ਿਸਟੈਂਸ ਚੈੱਕ ਕਰਨੀ ਆ, ਉਹ ਆਪਾਂ ਕੀ ਕਰਨਾ, ਇਹਦੇ ਵਿੱਚ ਲਾਉਣੇ ਆ ਆਪਾਂ, ਇਹ ਦੋ ਟਰਮੀਨਲ ਦੇ ਵਿੱਚ ਲੱਗਣੀ ਆ ਉਹ ਚੀਜ਼। ਸੋ ਆਪਾਂ ਕਈ ਵੀ ਕਹਿ ਸਕਦੇ ਹਾਂ ਵੀ ਇਹ ਜਿਹੜੇ ਦੋ ਟਰਮੀਨਲ ਨੇ ਇਹ ਕੀ ਹੋਣੇ ਆ, ਆਪਸ ਦੇ ਵਿੱਚ ਇਹ ਸ਼ਾਰਟ ਹੋਣੇ ਆ। ਜੇ ਰੈਜ਼ਿਸਟੈਂਸ ਘੱਟ ਹੋਈ ਤਾਂ ਆਪਸ 'ਚ ਕੀ ਹੋਣਗੇ, ਸ਼ਾਰਟ ਹੋਣਗੇ। ਸੋ ਮੈਂ ਡਰੋ ਕਰਕੇ ਦੱਸਦਾ ਤੁਹਾਨੂੰ, ਆ ਦੇਖੋ ਜਿਹੜੇ ਦੋ ਟਰਮੀਨਲ ਆ ਇਹ ਕੀ ਆ, ਆਪਸ ਦੇ ਵਿੱਚ ਸ਼ਾਰਟ ਹੋਣੇ ਆ, ਯਾਨੀ ਇਹਨਾਂ ਦੋਨਾਂ ਟਰਮੀਨਲ ਦੇ ਵਿੱਚ ਹੀ ਲੱਗਣੀ ਆ ਜਿਹੜੀ ਵੀ ਮੇਰੇ ਕੋਲ ਚੀਜ਼ ਲੱਗਣੀ ਆ। ਸੋ ਇਹ ਦੋ ਟਰਮੀਨਲ ਜਿਹੜੇ ਆ ਇਹ ਜਿਹੜੇ ਆ ਬਹੁਤ ਮੇਜਰ ਰੋਲ ਜਿਹੜਾ ਇਹ ਪਲੇ ਕਰਦੇ ਆ ਇਹਨਾਂ ਦੇ ਵਿੱਚ, ਕਿਉਂਕਿ ਇਹਨਾਂ ਦੀ ਤਾਂ ਟੈਸਟਿੰਗ ਹੋਣੀ ਆ ਆਪਣੀ। ਸੋ ਜੇ ਇੱਥੇ ਰੈਜ਼ਿਸਟੈਂਸ ਜ਼ਿਆਦਾ ਹੋਊਗੀ ਫਿਰ ਤਾਂ ਦੇਖੋ ਇਹਨਾਂ ਦੇ ਵਿੱਚ ਕਰੰਟ ਜ਼ਿਆਦਾ ਨਹੀਂ ਫਲੋ ਕਰੂਗਾ। ਬਟ ਜੇ ਮੰਨ ਲਓ ਇਹਨਾਂ ਦੇ ਵਿੱਚ ਜਿਹੜੀ ਵੀ ਆਪਾਂ ਚੀਜ਼ ਦੀ ਰੈਜ਼ਿਸਟੈਂਸ ਚੈੱਕ ਕਰਨ ਨੂੰ ਲਾਈ ਆ, ਉਹਦੀ ਰੈਜ਼ਿਸਟੈਂਸ ਬਹੁਤ ਘੱਟ ਆ, ਤਾਂ ਕੀ ਹੋਊਗਾ, ਜਿਹੜਾ ਸਾਰੇ ਦਾ ਸਾਰਾ ਕਰੰਟ ਆ ਨਾ ਉਹ ਕੀ ਹੋਣਾ, ਕਰੰਟ ਕੋਇਲ ਦੇ ਵਿੱਚ ਜਾਂ ਪ੍ਰੈਸ਼ਰ ਕੋਇਲ ਦੇ ਵਿੱਚ ਚਲਿਆ ਜਾਣਾ। ਸੋ ਇਹਦੇ ਨਾਲ ਕੀ ਹੋਣਾ, ਜਿਹੜੀ ਮੇਰੀ ਕੋਇਲਸ ਆ ਦੋਨੋਂ ਕੋਇਲਸ 'ਚੋਂ ਕੋਈ ਵੀ ਕੋਇਲ ਜਿਹੜੀ ਆ ਡੈਮੇਜ ਹੋ ਸਕਦੀ ਹੈ। ਸੋ ਉਹ ਕੋਇਲ ਡੈਮੇਜ ਨਾ ਹੋਵੇ ਅਤੇ ਆਪਣਾ ਇੰਸਟਰੂਮੈਂਟ ਸਹੀ ਕੰਮ ਕਰੇ, ਇਸੇ ਕਰਕੇ ਆਪਾਂ ਕੀ ਕਰਦੇ ਹਾਂ, ਰੈਜ਼ਿਸਟੈਂਸ ਲਗਾ ਦਿੰਦੇ ਹਾਂ R1 R2, ਜਿਹਦੇ ਨਾਲ ਕੀ ਆ ਜਿਹੜਾ ਲਿਮਿਟਿਡ ਕਰੰਟ ਹੀ ਜਿਹੜਾ ਹੁੰਦਾ ਆਪਣੇ ਕੋਲ ਕੋਇਲ A ਅਤੇ ਕੋਇਲ B ਦੇ ਵਿੱਚ ਫਲੋ ਕਰਦਾ, ਐਕਸਟਰਾ ਕਰੰਟ ਜਿਹੜਾ ਹੈ ਰੈਜ਼ਿਸਟੈਂਸ ਕੀ ਆ ਹੀਟ ਦੀ ਫਾਰਮ 'ਚ ਉਹਨੂੰ ਖਤਮ ਕਰ ਦਿੰਦੀ ਹੈ। ਨੈਕਸਟ ਮੇਰੇ ਕੋਲ ਆ ਜਾਂਦਾ ਪਾਰਟ ਇਹਦੇ PP ਐਂਡ CC, ਯਾਨੀ ਕਿ ਪ੍ਰੈਸ਼ਰ ਕੋਇਲ ਜਾਂ ਪੈਰਲਲ ਕੋਇਲ ਜਾਂ ਪੋਟੈਂਸ਼ੀਅਲ ਕੋਇਲ ਜਾਂ ਫਿਰ ਕਰੰਟ ਕੋਇਲ, ਜਾਂ ਜਿਹਨੂੰ ਆਪਾਂ ਸੀਰੀਜ਼ ਕੋਇਲ ਵੀ ਕਹਿ ਦਿੰਦੇ ਹਾਂ। These are pressure and current coil which are fixed together at some angle and are free to rotate about a common axis। ਸੋ ਇਹ ਦੋਨੋਂ ਕੋਇਲਸ ਜਿਹੜੀਆਂ ਹੁੰਦੀਆਂ ਆ ਇਹ ਇੱਕ ਦੂਜੇ ਦੇ ਨਾਲ ਕਨੈਕਟਡ ਹੀ ਹੁੰਦੀਆਂ ਅਤੇ ਮੂਵਿੰਗ ਹੁੰਦੀਆਂ, ਕਾਮਨ ਐਕਸਿਸ ਦੇ ਉੱਪਰ ਲੱਗੀਆਂ ਹੁੰਦੀਆਂ, ਮੂਵ ਕਰਦੀਆਂ ਨਾਰਥ ਅਤੇ ਸਾਊਥ ਪੋਲ ਦੇ ਵਿੱਚ। ਪੋਟੈਂਸ਼ੀਅਲ ਕੋਇਲ ਪੈਰਲ 'ਚ ਕਨੈਕਟ ਕਰਦੇ ਹਾਂ ਅਤੇ ਕਰੰਟ ਕੋਇਲ ਸੀਰੀਜ਼ 'ਚ ਕਨੈਕਟ ਕਰਦੇ ਹਾਂ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪੈਰਲ 'ਚ ਕਿਵੇਂ, ਦੇਖੋ ਕੋਇਲ A ਦਾ ਇੱਕ ਐਂਡ ਕੀ ਆ ਪੋਜ਼ੀਟਿਵ ਨਾਲ ਕਨੈਕਟਡ ਆ, ਕੋਇਲ A ਦਾ ਦੂਜਾ ਐਂਡ ਨੈਗੇਟਿਵ ਨਾਲ ਕਨੈਕਟਡ ਆ। ਸੋ ਇਹ ਕੀ ਹੋ ਗਿਆ, ਪੋਜ਼ੀਟਿਵ ਅਤੇ ਨੈਗੇਟਿਵ ਦੇ ਵਿੱਚ ਲੱਗੀ ਚੀਜ਼ ਆ, ਪੈਰਲ 'ਚ ਲੱਗੀ ਆ, ਸੋ ਪੋਟੈਂਸ਼ੀਅਲ ਕੋਇਲ। ਸੀਰੀਜ਼ 'ਚ ਕਿੱਦਾਂ, ਦੇਖੋ ਨੈਗੇਟਿਵ ਨਾਲ ਲੱਗੀ ਆ
ਕੋਇਲ B ਅਰਥ ਨੂੰ ਨੈਗੇਟਿਵ ਟਰਮੀਨਲ ਮੰਨਦੇ ਨਾ ਆਪਾਂ ਲੋਅਰ ਪੋਟੈਂਸ਼ੀਅਲ। ਸੋ ਕੋਇਲ ਜਿਹੜੀ B ਆ, ਆਹ ਦੇਖੋ ਇੱਥੋਂ ਨੈਗੇਟਿਵ ਨਾਲ ਲੱਗੀ ਆ, ਦੂਸਰਾ ਪੁਆਇੰਟ ਵੀ ਸੇਮ ਉਹਦਾ ਅੱਗੇ ਨੈਗੇਟਿਵ ਨਾਲ ਜੁੜ ਗਿਆ, ਸੇਮ ਪੋਟੈਂਸ਼ੀਅਲ 'ਤੇ ਜੁੜੀ ਆ। ਸੋ ਇਸ ਕਰਕੇ ਕੀ ਆ, ਇਹ ਸੀਰੀਜ਼ 'ਚ ਹੋ ਗਈ। ਸੋ ਅਲੱਗ-ਅਲੱਗ ਪੋਟੈਂਸ਼ੀਅਲ 'ਤੇ ਜੁੜੀ ਹੋਵੇ ਤਾਂ ਉਹਨੂੰ ਆਪਾਂ ਪੋਟੈਂਸ਼ੀਅਲ ਕੋਇਲ ਕਹਿ ਦਿੰਦੇ ਹਾਂ। ਸੇਮ ਪੋਟੈਂਸ਼ੀਅਲ 'ਤੇ ਜੁੜੀ ਆ, ਸੇਮ ਟਰਮੀਨਲ 'ਤੇ ਜੁੜੀ ਆ ਤਾਂ ਕੋਇਲ B ਯਾਨੀ ਕਿ ਕਰੰਟ ਕੋਇਲ ਹੋ ਗਈ ਆਪਣੇ ਕੋਲ। ਸੋ ਇਹ ਇਹਦੇ ਮੇਨ ਪਾਰਟ ਆ। ਸੋ ਕ੍ਰੈਂਕ ਹੈਂਡਲ ਕੀ ਆ, ਜਿਹਨੂੰ ਆਪਾਂ ਰੋਟੇਟ ਕਰਦੇ ਹਾਂ ਹੱਥ ਦੇ ਨਾਲ। ਕਲੱਚ, ਹਾਂ ਕਲੱਚ ਦਾ ਇੱਥੇ ਮੈਂਸ਼ਨ ਨਹੀਂ ਕੀਤਾ। ਜਿਹੜਾ ਕਲੱਚ ਹੁੰਦਾ ਨਾ ਐਕਚੁਅਲ ਦੇ ਵਿੱਚ ਇਹ ਸਪੀਡ ਨੂੰ ਕੰਟਰੋਲ ਕਰਨ ਵਾਸਤੇ ਹੁੰਦਾ, ਕਿਉਂਕਿ ਦੇਖੋ ਜਿਹੜਾ DC ਜਨਰੇਟਰ ਹੁੰਦਾ ਨਾ, ਜੇ ਜਨਰੇਟਰ ਨੂੰ ਆਪਾਂ ਕੌਂਸਟੈਂਟ ਸਪੀਡ 'ਤੇ ਰੋਟੇਟ ਕਰਾਂਗੇ ਤਾਂ ਹੀ ਆਪਾਂ ਨੂੰ ਕੌਂਸਟੈਂਟ ਆਊਟਪੁੱਟ ਦਊਗਾ। ਬਟ ਜੇ ਇੱਕ ਹਿਊਮਨ ਬੀਇੰਗ ਜਿਹੜਾ ਰੋਟੇਟ ਕਰ ਰਿਹਾ ਆ, ਹੁਣ ਜੇ ਕੋਈ ਮੰਨ ਲਓ ਘੱਟ ਉਮਰ ਦਾ ਬੰਦਾ ਰੋਟੇਟ ਕਰ ਰਿਹਾ ਜਾਂ ਕੋਈ ਬੱਚਾ ਮੰਨ ਲਓ ਗਲਤੀ ਨਾਲ ਰੋਟੇਟ ਕਰ ਰਿਹਾ, ਤਾਂ ਉਹ ਕੀ ਹੋਊਗਾ, ਉਹ ਜਾਂ ਵੋਲਟੇਜ ਜਿਹੜੀ ਹੋਊਗੀ ਨਾ ਘੱਟ ਵੱਧ ਹੋ ਸਕਦੀ ਹੈ, ਕਿਉਂਕਿ ਹਿਊਮਨ ਜਿਹੜਾ ਆ ਉਹ ਕੌਂਸਟੈਂਟਲੀ ਨਹੀਂ ਆਪਾਂ ਇਹਨੂੰ ਰੋਟੇਟ ਕਰ ਸਕਦੇ। ਕਈ ਵਾਰ ਆਪਣੇ RPM ਸਪੀਡ ਜਿਹੜੀ ਹੋਊਗੀ ਆਪਾਂ ਵੱਧ ਸਪੀਡ ਨਾਲ ਉਹਨੂੰ ਘੁਮਾ ਦੇਵਾਂਗੇ, ਕਈ ਵਾਰ ਆਪਾਂ ਜਿਹੜਾ ਆ ਉਹਨੂੰ ਘੱਟ ਸਪੀਡ ਨਾਲ ਘੁਮਾ ਦੇਵਾਂਗੇ। ਠੀਕ ਆ, ਡਿਪੈਂਡ ਕਰਦਾ ਪਰਸਨ ਟੂ ਪਰਸਨ। ਜੇ ਕੋਈ ਛੋਟਾ, ਮੈਂ ਤੁਹਾਨੂੰ ਦੱਸਿਆ, ਬੱਚਾ ਘੁਮਾਊਗਾ ਤਾਂ ਉਹ ਹੌਲੀ ਸਪੀਡ 'ਤੇ ਘੁਮਾਊਗਾ, ਉਹ ਇੰਨੀ ਤੇਜ਼ੀ ਨਾਲ ਨਹੀਂ ਘੁਮਾ ਸਕਦਾ। ਉਹੀ ਇੱਕ ਯੰਗ ਘੁਮਾਊਗਾ ਤਾਂ ਉਹਨੂੰ ਤੇਜ਼ ਘੁਮਾ ਦੂਗਾ। ਸੋ ਇਹ ਕੀ ਆ, ਇਹ ਜਿਹੜੀ ਵੋਲਟੇਜ ਜਨਰੇਟ ਹੋਣੀ ਨਾ ਉਹਦੇ ਉੱਪਰ ਇਫੈਕਟ ਪੈ ਜਾਣਾ ਇਸ ਚੀਜ਼ ਦਾ। ਜੇ ਹੌਲੀ ਘੁਮਾਵਾਂਗੇ ਤਾਂ ਉਹ ਘੱਟ ਜਨਰੇਟ ਕਰੂਗਾ, ਜੇ ਤੇਜ਼ ਘੁਮਾਵਾਂਗੇ ਤਾਂ ਜਾਂ ਨੋਰਮਲ ਸਪੀਡ 'ਤੇ ਘੁਮਾਵਾਂਗੇ ਤਾਂ ਉਹ ਸਹੀ ਜਨਰੇਟ ਕਰੂਗਾ। ਸੋ ਉਹਨੂੰ, ਉਹ ਚੀਜ਼ ਨੂੰ ਖ਼ਤਮ ਕਰਨ ਵਾਸਤੇ ਉਹ ਜਿਹੜੀ ਆਪਣੇ ਕੋਲ ਇੱਕ ਚੀਜ਼ ਆ ਜਾਂਦੀ ਆ ਕਿ ਵੋਲਟੇਜ ਘੱਟ ਵੱਧ ਨਾ ਹੋਵੇ ਜਾਂ ਇਕੁਅਲ ਜਾਂ ਵੋਲਟੇਜ ਰਵੇ ਜਾਂ ਕੌਂਸਟੈਂਟ ਵੋਲਟੇਜ ਜਨਰੇਟ ਕਰੇ DC ਜਨਰੇਟਰ। ਉਹਦੇ ਵਾਸਤੇ ਆਪਾਂ ਜਿਹੜਾ ਹੁੰਦਾ ਅਤੇ ਕਲੱਚ ਨੂੰ ਯੂਜ਼ ਕਰਦੇ ਹਾਂ। ਕਲੱਚ ਕੀ ਕਰਦਾ, ਇਹ 'ਚ ਓਪੀਨੀਅਨਸ ਹੁੰਦੀਆਂ, ਗਰਾਰੀਆਂ ਹੁੰਦੀਆਂ, ਜਿਹੜੀਆਂ ਕੀ ਕਰਦੀਆਂ ਆ, ਕ੍ਰੈਂਕ ਹੈਂਡਲ ਦੀ ਜਿਹੜੀ ਪਾਵਰ ਆ ਨਾ ਉਹਨੂੰ ਕੌਂਸਟੈਂਟ ਕਰਕੇ ਜਿਹੜੇ ਆ DC ਜਨਰੇਟਰ ਨੂੰ ਜਿਹੜੀ ਅੱਗੇ ਭੇਜਦੀ ਆ। ਸੋ ਮੈਂ ਕ੍ਰੈਂਕ ਹੈਂਡਲ ਜਿਹੜਾ ਇਹਨੂੰ ਤੇਜ਼ ਘੁਮਾਊਂਗਾ ਤਾਂ ਕਲੱਚ ਨੇ ਕੀ ਕਰਨਾ, ਸਪੀਡ ਨੂੰ ਸਲੋ ਕਰਕੇ ਅੱਗੇ ਪਾਵਰ ਦੇਣੀ ਆ। ਜੇ ਮੈਂ ਇਹਨੂੰ ਹੌਲੀ ਘੁਮਾ ਰਿਹਾ ਤਾਂ ਕਲੱਚ ਨੇ ਕੀ ਕਰਨਾ, ਉਹਨੂੰ ਨਿਊਟਰਲਾਈਜ਼ ਕਰਕੇ ਅੱਗੇ ਕੀ ਕਰਨਾ, ਜਨਰੇਟਰ ਨੂੰ ਘੁਮਾਉਣਾ, ਤਾਂ ਕਿ ਜਿਹੜਾ ਮੇਰਾ ਜਨਰੇਟਰ ਆ ਉਹ ਕੌਂਸਟੈਂਟ ਸਪੀਡ 'ਤੇ ਰੋਟੇਟ ਕਰੇ, ਉਹਦੀ ਸਪੀਡ ਨਾ ਚੇਂਜ ਹੋਵੇ। ਇਸ ਕਰਕੇ ਆਪਾਂ ਕੀ ਕੀਤਾ, ਇੱਥੇ ਕਲੱਚ ਲਗਾਇਆ ਤਾਂ ਕਿ ਜਿਹੜੀ ਜਨਰੇਟਰ ਦੀ ਸਪੀਡ ਆ ਉਹ ਕੌਂਸਟੈਂਟ ਰਵੇ, ਉਹ ਵੇਰੀ ਨਾ ਕਰੇ, ਕਿਉਂਕਿ ਜੇ ਜਨਰੇਟਰ ਦੀ ਸਪੀਡ ਵੇਰੀ ਕਰੂਗੀ ਤਾਂ ਆਊਟਪੁੱਟ ਵੋਲਟੇਜ ਵੇਰੀ ਕਰੂਗੀ, ਜਿਹਦੇ ਨਾਲ ਆਪਣੀ ਰੀਡਿੰਗ 'ਤੇ ਇਫੈਕਟ ਪਊਗਾ। ਸੋ ਦੈਟਸ ਵਾਈ ਵੀ ਯੂਜ਼ ਕਲੱਚ ਇਨ ਮੈਗਰ। ਇਹ ਜਿਹੜਾ ਕਲੱਚ ਹੁੰਦਾ ਸਿਰਫ ਹੈਂਡ ਡਰਿਵਨ ਜਨਰੇਟਰ ਦੇ ਵਿੱਚ ਹੀ ਹੁੰਦਾ, ਕਿਉਂਕਿ ਇੱਥੇ ਲੋਡ ਪੈਂਦੀ ਆਪਾਂ ਨੂੰ। ਜੇ ਆਪਾਂ ਬੈਟਰੀ ਯੂਜ਼ ਕਰਾਂਗੇ ਫਿਰ ਇਹਦਾ ਕੋਈ ਮਕਸਦ ਹੀ ਨਹੀਂ, ਵਿੱਚ ਰੋਲ ਹੀ ਨਹੀਂ ਰਹਿ ਜਾਂਦਾ। ਸੋ ਇਹ ਹੋ ਗਿਆ ਮੇਰਾ ਕਲੱਚ। ਨੈਕਸਟ DC ਜਨਰੇਟਰ, ਤੁਹਾਨੂੰ ਪਤਾ 500 ਵੋਲਟ ਤੱਕ ਜਿਹੜਾ ਹੁੰਦਾ ਨਾ, 500 ਤੋਂ 1000 ਵੋਲਟ ਤੱਕ ਜਿਹੜਾ ਹੁੰਦਾ DC ਜਨਰੇਟਰ ਜਨਰੇਟ ਕਰ ਸਕਦਾ, ਹੈਂਡ ਡਰਿਵਨ DC ਜਨਰੇਟਰ 500 ਵੋਲਟ ਤੱਕ। ਦੈਨ ਸਕੇਲ ਆ ਗਿਆ। ਸਕੇਲ ਦੇ ਵਿੱਚ ਕੀ ਹੁੰਦਾ, ਇੱਕ ਸਾਈਡ 'ਤੇ ਇਨਫਿਨਿਟੀ ਹੁੰਦਾ, ਇੱਕ ਸਾਈਡ 'ਤੇ 0 ਹੁੰਦਾ। ਜੇ ਰੈਜ਼ਿਸਟੈਂਸ ਬਹੁਤ ਜ਼ਿਆਦਾ ਆ ਮੇਰੇ ਕੋਲ ਸਿਸਟਮ 'ਚ, ਤਾਂ ਜਿਹੜਾ ਪੁਆਇੰਟਰ ਹੋਊਗਾ ਉਹ ਇਨਫਿਨਿਟੀ ਵੱਲ ਨੂੰ ਕੀ ਕਰੂਗਾ, ਪੁਆਇੰਟਰ ਨੂੰ ਮੂਵ ਕਰੂਗਾ। ਜੇ ਥੋੜ੍ਹੀ ਜਿਹੀ ਜ਼ਿਆਦਾ ਆ, ਮਤਲਬ ਕਿ ਰੈਜ਼ਿਸਟੈਂਸ ਘੱਟ ਆ ਤਾਂ ਫਿਰ ਕੀ ਹੋਊਗਾ, ਪੁਆਇੰਟਰ ਜਿਹੜਾ ਰਾਈਟ ਹੈਂਡ ਸਾਈਡ ਨੂੰ ਮੂਵ ਕਰਨਾ ਸਟਾਰਟ ਕਰ ਦੂਗਾ। ਅਤੇ ਜੇ ਬਿਲਕੁਲ ਮੰਨ ਲਓ ਆਪਾਂ ਕਿਸੇ ਕੰਡਕਟਰ ਦੀ ਰੈਜ਼ਿਸਟੈਂਸ ਚੈੱਕ ਕਰ ਰਹੇ ਹਾਂ ਅਤੇ ਉਹ ਕੰਡਕਟਰ ਬਿਲਕੁਲ ਠੀਕ ਆ, ਤਾਂ ਉਹ ਕੀ ਹੋਊਗਾ, ਰੈਜ਼ਿਸਟੈਂਸ 0 ਹੋਊਗੀ ਤਾਂ ਪੁਆਇੰਟਰ 0 ਵੱਲ ਨੂੰ ਮੂਵ ਕਰੂਗਾ। ਜੇ ਕੁਛ ਵੈਲਿਊ ਹੋਊਗੀ ਤਾਂ ਉਹ ਵਿੱਚ ਜੇ ਕਿਤੇ ਮੂਵ ਕਰੂਗਾ। ਨੈਕਸਟ ਪੁਆਇੰਟਰ ਦਾ ਤੁਹਾਨੂੰ ਦੱਸਦਾ ਕੀ ਕੰਮ ਹੁੰਦਾ। ਨੌਰਥ ਸਾਊਥ ਪਰਮਾਨੈਂਟ ਮੈਗਨੇਟ ਨੇ। ਕੋਇਲ B ਕਰੰਟ ਕੋਇਲ, ਕੋਇਲ A ਪੋਟੈਂਸ਼ੀਅਲ ਕੋਇਲ, R1 ਇਹਦੀ ਰੈਜ਼ਿਸਟੈਂਸ ਆ ਪੋਟੈਂਸ਼ੀਅਲ ਕੋਇਲ ਦੀ, R2 ਕਰੰਟ ਕੋਇਲ ਦੀ ਰੈਜ਼ਿਸਟੈਂਸ ਆ। Y ਜਿਹੜਾ ਅਰਥ ਕੀਤਾ ਹੋਇਆ ਟਰਮੀਨਲ ਆ, ਜਿਹੜਾ X ਆ ਇਹ ਆਪਣਾ ਜਿਹੜਾ ਆ ਪੋਜ਼ੀਟਿਵ ਨਾਲ ਲੱਗਾ ਟਰਮੀਨਲ, ਅਤੇ ਜਿਹੜੇ ਇਹ ਦੋਨੋਂ ਟਰਮੀਨਲ ਹੁੰਦੇ ਆ X ਅਤੇ Y, ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਟੈਸਟਿੰਗ ਟਰਮੀਨਲ। ਬਿਕੋਜ਼ ਜਿਹੜੇ ਵੀ ਇਕਵਿਪਮੈਂਟ ਦੀ ਇੰਸੂਲੇਸ਼ਨ ਰੈਜ਼ਿਸਟੈਂਸ ਨੂੰ ਜਾਂ ਅਰਥ ਰੈਜ਼ਿਸਟੈਂਸ ਨੂੰ ਆਪਾਂ ਚੈੱਕ ਕਰਨਾ, ਉਹਨੂੰ ਆਪਾਂ ਕੀ ਕਰਦੇ ਹਾਂ, X ਅਤੇ Y ਪੁਆਇੰਟ ਦੇ ਵਿੱਚ ਹੀ ਆਪਾਂ ਇਹਨੂੰ ਇੰਸਟਾਲ ਕਰਦੇ ਹਾਂ। ਨੈਕਸਟ ਮੇਰੇ ਕੋਲ ਵਰਕਿੰਗ ਆ ਜਾਂਦੀ ਆ, ਪੁਆਇੰਟ ਟੂ ਪੁਆਇੰਟ ਲਿਖਿਆ, ਇਹਨੂੰ ਪੁਆਇੰਟ ਟੂ ਪੁਆਇੰਟ ਹੀ ਤੁਸੀਂ ਲਿਖ ਲਿਓ, ਯਾਦ ਕਰ ਲਿਓ, ਈਜ਼ੀ ਰਹੂਗਾ ਤੁਹਾਡੇ ਵਾਸਤੇ। ਸੋ ਸਭ ਤੋਂ ਪਹਿਲਾਂ ਕੀ ਹੁੰਦਾ, ਵੋਲਟੇਜ ਫॉर ਟੈਸਟਿੰਗ ਪ੍ਰੋਡਿਊਸਡ ਬਾਏ हैंड ऑपरेटेड मैगर बाय रोटेशन ऑफ क्रैंक इन केस ऑफ हैंड ऑपरेटेड टाइप एंड बैटरी इज़ यूज फॉर इलैक्ट्रॉनिक रेजिस्टर। यानी कि जे मैं वोल्टेज जी टैसटिंग वास्ते जी वोल्टेज जनरेट करनी है, जे तो हैंड ऑपरेटेड मैगर आ तो फिर मैं की क्रैंक हैंडल में घुमा के करूँगा, तो जे बैटरी है तो बैटरी ने अपने आप जनरेट कर देनी है। बाकी 500 वोल्ट DC सफिशेंट फॉर परफॉर्मिंग टेस्ट ऑन इक्वल इक्विपमेंट रेंज अप टू 440। यानी कि जे 3 फेज का मेरा कोई इक्विपमेंट आ ਤਾਂ 500 ਵੋਲਟ ਦੀ ਜਿਹੜੀ DC ਸਪਲਾਈ ਆ ਉਹ ਸਫੀਸ਼ੈਂਟ ਆ ਮੇਰੇ ਕੋਲ ਕੀ ਕਰਨ ਵਾਸਤੇ, ਟੈਸਟ ਨੂੰ ਪਰਫਾਰਮ ਕਰਨ ਵਾਸਤੇ। ਬਾਕੀ 1000 ਤੋਂ 5000 ਵੋਲਟ ਇਜ਼ ਯੂਜ਼ ਫॉर ਟੈਸਟਿੰਗ ਫॉर ਹਾਇਰ ਵੋਲਟ। ਜੇ ਮਤਲਬ ਕਿ ਵੋਲਟੇਜ ਜ਼ਿਆਦਾ ਮੰਨ ਕੋਈ 11 kV 'ਤੇ ਚੈੱਕ ਕਰਦੇ ਪਏ ਆ, ਜਾਂ ਫਿਰ ਆਪਾਂ 66 kV 'ਤੇ ਚੈੱਕ ਕਰਦੇ ਹਾਂ, ਤਾਂ ਉੱਥੇ ਆਪਾਂ ਨੂੰ ਕਿਹਾ 1000 ਤੋਂ 5000 ਵੋਲਟ DC ਜਨਰੇਟ ਕਰਨ ਦੀ ਲੋੜ ਪੈਣੀ ਆ। ਇਸੇ ਕਰਕੇ ਤੁਹਾਨੂੰ ਦੱਸਿਆ ਵੀ ਜਿਹੜੇ ਰੇਟ ਹੁੰਦੇ ਨਾ ਬਹੁਤ ਵੇਰੀ ਕਰਦੇ ਆ, ਉਹ ਜਿਹੜੇ ਰੇਟ ਵੇਰੀ ਕਰਦੇ ਹੋ ਇਹਨਾਂ ਚੀਜ਼ਾਂ ਕਰਕੇ ਹੀ ਕਰਦੇ ਆ ਕਿ ਰੇਂਜ ਕਿਹੜੀ ਦਾ ਤੁਸੀਂ ਜਿਹੜਾ ਆ ਮੈਗਰ ਲੈਣਾ। ਸੋ 2000 ਤੋਂ 2 ਲੱਖ ਤੱਕ ਰੇਂਜ ਤੁਹਾਨੂੰ ਦੱਸਿਆ ਚਲੇ ਜਾਂਦੀ, ਉਹ ਇਹਨਾਂ ਚੀਜ਼ਾਂ ਕਰਕੇ ਜਾਂਦੀ ਹੈ। ਨੈਕਸਟ
Deflecting coil or current coil is connected in series allow flowing electric current taken by circuit being tested. So deflecting coil ਜਾਂ ਫਿਰ current coil ਜਿਹੜੀ ਹੁੰਦੀ series 'ਚ ਕਨੈਕਟ ਹੁੰਦੀ ਹੈ, ਜਿਹਦੇ ਵਿੱਚੋਂ ਕੀ ਹੈ ਲੋਡ ਕਰੰਟ ਪਾਸ ਕਰਦਾ ਜਾਂ ਟੈਸਟ ਜਿਹੜੇ ਆਪਾਂ ਇਕਵਿਪਮੈਂਟ ਕਰਦੇ ਉਹਦਾ ਕਰੰਟ ਪਾਸ ਕਰਦਾ, ਤੇ ਕਰੰਟ ਕੋਇਲ ਜਿਹੜੀ ਆ ਕੰਟਰੋਲ ਕੋਇਲ ਜਿਹੜੀ ਆ, ਕੰਟਰੋਲ ਕੋਇਲ ਨੂੰ ਪ੍ਰੈਸ਼ਰ ਕੋਇਲ ਜਾਂ ਪੈਰਲ ਕੋਇਲ ਵੀ ਕਹਿ ਦਿੰਦੇ ਆ, ਜਿਹੜੀ ਪੈਰਲ 'ਚ ਲੱਗੀ ਹੁੰਦੀ ਸਰਕਟ ਦੇ। ਬਾਕੀ ਕਰੰਟ ਲਿਮਿਟਿੰਗ ਰਜਿਸਟਰ ਤੇ ਜਿਹੜੀ ਆਪਣੇ ਕੋਲ ਪੋਟੈਂਸ਼ੀਅਲ ਕਰੰਟ ਰਜਿਸਟੈਂਸ ਜਿਹੜੀ ਆ, ਪੋਟੈਂਸ਼ੀਅਲ ਕੋਇਲ ਰਜਿਸਟੈਂਸ ਆ ਜਿਹੜੀ, ਉਹਦਾ ਤੁਹਾਨੂੰ ਮੈਂ ਵਰਕਿੰਗ ਦੱਸਦੀ ਆ ਵੀ ਉਹਦਾ ਕੀ ਕੰਮ ਹੁੰਦਾ ਆ। ਇਹਨਾਂ ਨੇ ਕੀ ਕਰਨਾ ਹੁੰਦਾ, ਜੇ ਆਪਣੇ ਕੋਲ ਰਜਿਸਟੈਂਸ ਬਹੁਤ ਲੋ ਆ ਤਾਂ ਇਹਨੇ ਸਰਕਟ ਨੂੰ ਕੀ ਕਰਨਾ ਹੁੰਦਾ, ਪ੍ਰੋਟੈਕਟ ਕਰਨਾ ਹੁੰਦਾ ਡੈਮੇਜ ਤੋਂ। ਨੈਕਸਟ ਆ ਗਿਆ हैंड ऑपरेटेड मैगर इलेक्ट्रोमैग्नेटिक इंडक्शन इफेक्ट इज यूज्ड टू प्रोड्यूस द टेस्ट वोल्टेज आर्मेचर अरेंजेस टू मूव इन परमानेंट फील्ड एंड वाइस वर्सा। यानी कि ਜਿਹੜਾ हैंड ऑपरेटेड ਆਪਾਂ मैगनेटिक फील्ड इलेक्ट्रोमैग्नेटिक इंडक्शन ਦੇ ਇਫੈਕਟ ਤੇ ਕੰਮ ਕਰਦਾ। ਜਦੋਂ ਵੀ ਆਪਾਂ ਜਨਰੇਟ ਕੀਤੀ ਇਲੈਕਟ੍ਰਿਸਿਟੀ ਤਾਂ ਜਿਹੜੇ ਦੋ ਪਰਮਾਨੈਂਟ ਮੈਗਨੇਟ ਆ ਉਹਨਾਂ ਦੇ ਵਿੱਚ ਜਿਹੜਾ ਕੋਇਲ ਆ ਉਹ 'ਚੋਂ ਕਰੰਟ ਫਲੋ ਕਰਨਾ ਤੇ ਆਪਣੀ ਅੱਗੇ ਜਿਹੜੀ ਮੂਵਿੰਗ ਕੋਇਲ ਆ ਉਹ ਮੂਵ ਕਰਨੀ। ਸੋ ਇਲੈਕਟ੍ਰੋਨਿਕਸ ਟਾਈਪ ਦੇ ਵਿੱਚ ਆਪਾਂ ਬੈਟਰੀ ਯੂਜ਼ ਕਰ ਲੈਂਦੇ ਹਾਂ। ਸੋ ਜਦੋਂ ਆਪਾਂ ਵੋਲਟੇਜ ਇਨਕਰੀਜ਼ ਕਰਦੇ ਹਾਂ ਐਕਸਟਰਨਲ ਸਰਕਟ 'ਤੇ, ਜਿਹੜਾ ਡਿਫਲੈਕਸ਼ਨ ਦੀ ਪੁਆਇੰਟਰ ਦੀ ਇਨਕਰੀਜ਼ ਹੋ ਜਾਂਦੀ ਆ, ਅਤੇ ਜਿੰਨੀ ਮਤਲਬ ਕਿ ਡਿਫਲੈਕਸ਼ਨ ਹੋਊਗੀ ਪੁਆਇੰਟਰ ਦੀ ਉਨਾ ਕੀ ਹੋਣਾ, ਕਰੰਟ ਜਿਹੜਾ ਇਨਕਰੀਜ਼ ਹੋਣਾ। ਯਾਨੀ ਕਿ ਜਿੰਨਾ ਉਲਟ ਕਹਿਤਾ ਮੈਂ, ਜਿੰਨੀ ਪੁਆਇੰਟਰ ਦੀ ਡਿਫਲੈਕਸ਼ਨ ਜਿਹੜੀ ਆ ਉਨੀ ਹੀ ਘੱਟ ਹੋਊਗੀ ਜਿੱਦਾਂ ਜਿੱਦਾਂ ਆਪਣਾ ਕਰੰਟ ਇਨਕਰੀਜ਼, ਯਾਨੀ ਕਿ ਇਨਵਰਸਲੀ ਪ੍ਰਪੋਰਸ਼ਨਲ ਆ। ਜਿੰਨਾ ਜ਼ਿਆਦਾ ਕਰੰਟ ਹੋਊਗਾ ਉਨੀ ਡਿਫਲੈਕਸ਼ਨ ਕੀ ਹੋਊਗੀ ਉਹਦੀ ਘੱਟ ਹੋਊਗੀ, ਅਤੇ ਜਿੰਨਾ ਘੱਟ ਕਰੰਟ ਹੋਊਗਾ ਉਨੀ ਡਿਫਲੈਕਸ਼ਨ ਪੁਆਇੰਟਰ ਦੀ ਕੀ ਹੋਊਗੀ, ਜ਼ਿਆਦਾ ਹੋਊਗੀ। ਸੋ ਰਿਜ਼ਲਟੈਂਟ ਟਾਰਕ ਜਿਹੜਾ ਹੋਊਗਾ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗਾ ਵੋਲਟੇਜ ਦੇ, ਅਤੇ ਇਨਵਰਸਲੀ ਪ੍ਰੋਪੋਰਸ਼ਨਲ ਟੂ ਹੋਊਗਾ ਕਰੰਟ ਦੇ। ਯਾਨੀ ਕਿ ਜਿੰਨੇ ਜ਼ਿਆਦਾ ਆਪਣੇ ਕੋਲ ਵੋਲਟੇਜ ਹੋਊਗੀ ਉਨਾ ਕੀ ਹੋਊਗਾ, ਘੱਟ ਹੋਊਗਾ ਟਾਰਕ, ਅਤੇ ਜਿੰਨਾ ਕੀ ਹੋਊਗਾ ਕਰੰਟ ਜ਼ਿਆਦਾ ਹੋਊਗਾ, ਜਿੰਨਾ ਕਰੰਟ ਘੱਟ ਹੋਊਗਾ ਉਨਾ ਜ਼ਿਆਦਾ ਰਿਜ਼ਲਟੈਂਟ ਟਾਰਕ ਹੋਊਗਾ ਆਪਣੇ ਤੋਂ। ਕਰੰਟ ਜ਼ਿਆਦਾ ਕਦੋਂ ਹੋਊਗਾ, ਜਦੋਂ ਆਪਾਂ ਟੈਸਟ ਟਰਮੀਨਲ 'ਚ ਜਿਹੜਾ ਆਪਣੇ ਕੋਲ ਕੋਈ ਵੀ ਇਕਵਿਪਮੈਂਟ ਟੈਸਟ ਕਰਨ ਵਾਸਤੇ ਉਹਦੀ ਰੈਜ਼ਿਸਟੈਂਸ ਘੱਟ ਹੋਊਗੀ। ਸੋ ਇਹਦੇ ਨੂੰ ਮੈਂ ਅੱਗੇ ਡਾਇਗਰਾਮ 'ਚ ਚੰਗੀ ਤਰ੍ਹਾਂ ਡਿਟੇਲ 'ਚ ਦੱਸਦਾ, ਹਲੇ ਆਪਾਂ ਪੁਆਇੰਟ ਸਟੱਡੀ ਕਰ ਲਈਏ। ਸੋ ਵੈਨ ਇਲੈਕਟ੍ਰੀਕਲ ਸਰਕਟ ਬੀਂਗ ਟੈਸਟਡ ਇਜ਼ ਓਪਨ, ਯਾਨੀ ਕਿ ਮੰਨ ਲਓ ਆਪਾਂ ਦੋ ਇੰਸੂਲੇਸ਼ਨ ਰੈਜ਼ਿਸਟੈਂਸ ਚੈੱਕ ਕਰ ਰਹੇ ਹਾਂ, ਜਿਹੜੀ ਕਿ ਬਹੁਤ ਜ਼ਿਆਦਾ ਰੈਜ਼ਿਸਟੈਂਸ ਆ, ਅਪਰੋਚਸ ਟੂ ਇਨਫਿਨਿਟੀ ਆ ਰੈਜ਼ਿਸਟੈਂਸ ਉਹਦੀ, ਉਦੋਂ ਉਸ ਟਾਈਮ 'ਤੇ ਕੀ ਹੋਊਗਾ। ਸੋ ਵੈਨ ਇਲੈਕਟ੍ਰੀਕਲ ਸਰਕਟ ਟੈਸਟਡ ਬੀਂਗ ਓਪਨ, ਯਾਨੀ ਕਿ ਓਪਨ ਆ ਉਹਦੇ ਵਿੱਚ ਕੋਈ ਪੁਆਇੰਟ, ਟਾਰਕ ਡਿਊ ਟੂ ਵੋਲਟੇਜ ਕੋਇਲ ਵਿਲ ਬੀ ਮੈਕਸੀਮਮ ਐਂਡ ਮਿਨੀਮਮ ਕਰੰਟ ਕੋਇਲ। ਸੋ ਕਰੰਟ ਕੋਇਲ ਦੇ ਵਿੱਚੋਂ ਕਰੰਟ ਮਿਨੀਮਮ ਫਲੋ ਕਰੂਗਾ, ਬਟ ਪੋਟੈਂਸ਼ੀਅਲ ਕੋਇਲ 'ਚ ਮੈਕਸੀਮਮ ਫਲੋ ਕਰੂਗਾ, ਜਿਹਦੇ ਕਰਕੇ ਕੀ ਆ ਪੁਆਇੰਟਰ ਇਨਫਿਨਿਟੀ ਵੱਲ ਨੂੰ ਸ਼ੋ ਕਰੂਗਾ, ਕਿਉਂਕਿ ਕੋਈ ਵੀ ਸ਼ਾਰਟ ਨਹੀਂ ਹੈਗਾ ਮੇਰਾ ਟਰਮੀਨਲ ਜਿਹੜਾ ਸਰਕਟ ਆ। ਸੋ ਮੈਕਸੀਮਮ ਰੈਜ਼ਿਸਟੈਂਸ ਸ਼ੋ ਹੋਊਗੀ। ਦੂਸਰੇ ਕੇਸ 'ਚ ਕੀ ਆ, ਜੇ ਸ਼ਾਰਟ ਸਰਕਟ ਮੰਨ ਲਓ ਆਪਾਂ ਲਾਇਆ XY ਪੁਆਇੰਟ ਦੇ ਵਿੱਚ ਕੋਈ, ਤਾਂ ਉਹਦੇ ਨਾਲ ਕੀ ਹੋਊਗਾ, ਜਿਹੜਾ ਕਰੰਟ ਕੋਇਲ ਹੋਊਗਾ ਉਹਦੇ ਵਿੱਚ ਬਹੁਤ ਜ਼ਿਆਦਾ ਕਰੰਟ ਫਲੋ ਕਰੂਗਾ, ਬਟ ਪੋਟੈਂਸ਼ੀਅਲ ਕੋਇਲ 'ਚੋਂ ਘੱਟ ਕਰੂਗਾ, ਜਿਹਦੇ ਕਰਕੇ ਕੀ ਰੀਡਿੰਗ 0 ਆਊਗੀ, ਵਿਚ ਮੀਨਸ ਨੋ ਰੈਜ਼ਿਸਟੈਂਸ ਵਿਦ ਇਨ ਸਰਕਟ ਬੀਂਗ ਟੈਸਟਡ। ਸੋ ਦੁਬਾਰਾ ਤੁਹਾਨੂੰ ਇੱਕ ਵਾਰ ਸਮਝਾਉਂਦਾ ਸਾਰਾ ਕੀ ਹੁੰਦਾ। ਦੇਖੋ ਪਹਿਲਾਂ ਤਾਂ ਤੁਸੀਂ ਕਨੈਕਸ਼ਨ ਸਮਝੋ ਕੀ ਹੈ ਇਹਦਾ ਪੋਜ਼ੀਟਿਵ ਦੇਖੋ ਅੱਗੇ ਇੱਧਰ ਲੱਗਾ, ਨੈਗੇਟਿਵ ਇੱਥੋਂ ਥੱਲੇ ਕੀ ਲੱਗਾ ਹੈ, ਨੈਗੇਟਿਵ ਪੁਆਇੰਟ 'ਤੇ ਲੱਗਾ। ਕਰੰਟ ਕੋਇਲ ਜਿਹੜੀ ਆ ਟੈਸਟ ਟਰਮੀਨਲ ਦੇ ਨੈਗੇਟਿਵ ਪੁਆਇੰਟ 'ਤੇ ਹੋ ਕੇ ਅਤੇ ਥੱਲੇ ਨੈਗੇਟਿਵ ਪੁਆਇੰਟ 'ਤੇ ਲੱਗੀ। ਹੁਣ ਮੰਨ ਲਓ ਮੇਰੇ ਕੋਲ ਆ ਟਰਮੀਨਲ ਜਿਹੜੇ ਆ ਨਾ ਓਪਨ ਆ, ਇਹਨਾਂ ਦੇ ਵਿੱਚ ਕੋਈ ਵੀ ਟੈਸਟ ਟਰਮੀਨਲ ਨਹੀਂ ਲਾਇਆ, ਜਾਂ ਫਿਰ ਮੰਨ ਲਓ ਮੈਂ ਇਹਦੇ ਵਿੱਚ ਕੋਈ ਕੰਡਕਟਰ ਲਾਇਆ ਹੋਇਆ ਆ, ਇੱਕ ਮਿੰਟ ਬਸ ਡਰਾਅ ਕਰਕੇ ਤੁਹਾਨੂੰ ਦੱਸਦਾ ਮੈਂ। ਮੰਨ ਲਓ ਇਹਦੇ ਵਿੱਚ ਮੈਂ ਕੀ ਕੀਤਾ ਹੋਇਆ, ਕੋਈ ਵੀ ਆਪਣੇ ਕੋਲ ਟਰਮੀਨਲ ਲਗਾਇਆ ਹੋਇਆ ਆ ਜਿਹੜਾ ਕਿ ਓਪਨ ਆ। ਆ ਦੇਖੋ ਆਹ ਮੰਨ ਲਓ ਇੱਕ ਕੰਡਕਟਰ ਚੈੱਕ ਕਰਦਾ ਪਿਆ ਮੈਂ, ਇਹ ਕੰਡਕਟਰ ਕੀ ਆ, ਓਪਨ ਆ, ਸੈਂਟਰ ਦੇ ਵਿੱਚੋਂ ਕੀ ਆ, ਓਪਨ ਆ। ਹੁਣ ਜੇ ਓਪਨ ਆ ਤਾਂ ਇਹਦੀ ਰੈਜ਼ਿਸਟੈਂਸ ਕੀ ਹੋਣੀ ਚਾਹੀਦੀ, ਇਹਦੀ ਰੈਜ਼ਿਸਟੈਂਸ ਬਹੁਤ ਜ਼ਿਆਦਾ ਹੋਣੀ ਚਾਹੀਦੀ ਆ, ਕਿਉਂਕਿ ਇਹ ਸੈਂਟਰ 'ਚੋਂ ਕੰਡਕਟਰ ਓਪਨ ਆ। ਠੀਕ ਆ, ਮੰਨ ਲਓ ਮੈਂ ਕੋਈ ਕੇਬਲ ਹੀ ਚੈੱਕ ਕਰਦਾ ਪਿਆ ਇਹਦੇ ਨਾਲ, 3 ਫੇਜ਼ ਦੀ ਕੇਬਲ ਚੈੱਕ ਕਰਦਾ, ਉਹਦੀ ਮੈਂ ਇੱਕ ਕੋਰ ਜਿਹੜੀ ਆ ਵਿੱਚੋਂ ਓਪਨ ਆ, ਮੈਂ ਦੇਖਣਾ ਚਾਹੁੰਦਾ ਵੀ ਵਾਕਈ ਉਹ ਓਪਨ ਆ ਜਾਂ ਆਪਾਂ ਨੂੰ ਕੋਈ ਹੋਰ ਸਿਸਟਮ ਦੇ ਵਿੱਚ ਪ੍ਰੋਬਲਮ ਆ। ਸੋ ਉਹਦੇ ਵਾਸਤੇ ਮੈਂ ਕੀ ਕੀਤਾ, ਇੱਕ ਸਾਈਡ ਜਿਹੜੀ ਕੰਡਕਟਰ ਦੀ ਜਾਂ ਕੋਰ ਦੀ ਸੀ X ਪੁਆਇੰਟ ਸੀ, ਉੱਤੇ X ਪੁਆਇੰਟ ਲਾਤਾ, ਅਤੇ ਜਿਹੜੀ ਦੂਸਰੀ ਸਾਈਡ ਸੀ ਉੱਥੇ ਮੈਂ ਕੀ ਕੀਤਾ, Y ਪੁਆਇੰਟ ਲਾਤਾ। ਹੁਣ ਮੈਂ ਇਹਨੂੰ ਕੀ ਕੀਤਾ, ਕਰੈਂਕ ਹੈਂਡਲ ਨੂੰ ਘੁਮਾਇਆ। ਸੋ ਹੁਣ ਜਦੋਂ ਦੇਖੋ ਵਿੱਚੋਂ ਓਪਨ ਆ ਤਾਂ ਮੈਕਸੀਮਮ ਕਰੰਟ ਕੀ ਹੋਣਾ ਆ, ਮੈਕਸੀਮਮ ਕਰੰਟ ਜਿਹੜਾ ਆ ਇੱਥੋਂ ਜਾਣਾ। ਠੀਕ ਆ, ਮੈਕਸੀਮਮ ਕਰੰਟ। ਹੁਣ ਕਰੰਟ ਆਲਵੇਜ਼ ਚੂਜ਼ ਲੋ ਰੈਜ਼ਿਸਟੈਂਸ ਪਾਥ। ਠੀਕ ਆ, ਯਾਦ ਰੱਖਿਓ ਇਸ ਚੀਜ਼ ਨੂੰ, ਕਰੰਟ ਆਲਵੇਜ਼ ਚੂਜ਼ ਲੋ ਰੈਜ਼ਿਸਟੈਂਸ ਪਾਥ, ਯਾਨੀ ਕਿ ਕਰੰਟ ਨੇ ਹਮੇਸ਼ਾ ਲੋ ਰੈਜ਼ਿਸਟੈਂਸ ਵਾਲਾ ਪਾਥ ਹੀ ਚੂਜ਼ ਕਰਨਾ। ਹੁਣ ਇੱਥੇ ਤਾਂ ਦੇਖੋ ਓਪਨ ਆ, ਇੱਥੇ ਕੀ ਆ, ਕੰਡਕਟਰ ਮੇਰਾ ਓਪਨ ਆ। ਸੋ ਇੱਥੇ ਕੀ ਹੋਊਗਾ, ਇੱਥੋਂ ਮੈਕਸੀਮਮ ਰੈਜ਼ਿਸਟੈਂਸ ਮਿਲੂਗੀ ਉਹਨੂੰ, ਇਸ ਕਰਕੇ ਜਿਹੜਾ ਵੀ ਕਰੰਟ ਮੇਰਾ ਹੋਊਗਾ, ਕਰੰਟ ਜਿਹੜਾ ਆ ਇੱਥੋਂ ਫਲੋ ਕਰੂਗਾ। ਠੀਕ ਆ, ਕੋਇਲ A ਦੇ ਥਰੂ ਹੋ ਕੇ ਅਤੇ ਕੀ ਹੋਊਗਾ, ਵਾਪਸ ਚਲਿਆ ਜਾਊਗਾ, ਇੱਥੋਂ ਕੋਈ ਕਰੰਟ ਨਹੀਂ ਫਲੋ ਕਰੂਗਾ, ਇੱਥੋਂ X ਟਰਮੀਨਲ ਤੋਂ Y ਟਰਮੀਨਲ ਦੇ ਵਿੱਚ ਕੋਈ ਕਰੰਟ ਨਹੀਂ ਫਲੋ ਕਰਨਾ। ਕਿਉਂ ਨਹੀਂ ਫਲੋ ਕਰਨਾ, ਕਿਉਂਕਿ ਆਹ ਜਿਹੜਾ ਪੁਆਇੰਟ ਆ ਮੇਰਾ ਇਹ ਇੱਥੋਂ ਕੀ ਆ, ਓਪਨ ਆ। ਸੋ ਇਹ ਪੁਆਇੰਟ ਇੱਥੋਂ ਓਪਨ ਆ, ਇਸ ਕਰਕੇ ਇਹ ਪੁਆਇੰਟ 'ਚੋਂ ਕੋਈ ਕਰੰਟ ਨਹੀਂ ਮੇਰਾ ਫਲੋ ਕਰਨਾ। ਸਾਰਾ ਕਰੰਟ ਜਿਹੜਾ ਆ R1 ਰੈਜ਼ਿਸਟੈਂਸ ਦੇ ਥਰੂ ਹੋ ਕੇ ਕੋਇਲ A ਦੇ ਥਰੂ ਹੋ ਕੇ ਵਾਪਸ ਚਲੇ ਜਾਣਾ ਨੈਗੇਟਿਵ ਪੁਆਇੰਟ 'ਚ। ਠੀਕ ਹੈ, ਸੋ ਇਸ ਟਾਈਮ ਕੀ ਆ,
ਮੇਰੇ ਕੋਲ ਜਿਹੜਾ ਕਰੰਟ ਆ ਪੋਟੈਂਸ਼ੀਅਲ ਕੋਇਲ 'ਚੋਂ ਮੈਕਸਿਮਮ ਫਲੋ ਕਰਦਾ। ਸੋ ਪੋਟੈਂਸ਼ੀਅਲ ਕੋਇਲ 'ਚੋਂ ਮੈਕਸਿਮਮ ਫਲੋ ਹੋਣ ਕਰਕੇ ਕੀ ਆ, ਜਿਹੜੀ ਮੇਰੀ ਪੁਆਇੰਟਰ ਦੀ ਡਿਫਲੈਕਸ਼ਨ ਆ ਉਹ ਇਨਫਿਨਿਟੀ ਵਾਲੀ ਸਾਈਡ ਨੂੰ ਜ਼ਿਆਦਾ ਹੋ ਜਾਣੀ ਆ ਤੇ ਜ਼ੀਰੋ ਵੱਲ ਨੂੰ ਬਿਲਕੁਲ ਨਹੀਂ ਹੋਣੀ। ਇਨਫਿਨਿਟੀ ਵੱਲ ਨੂੰ ਕੀ ਹੋਣਾ, ਮੇਰੀ ਜਿਹੜੀ ਪੁਆਇੰਟਰ ਦੀ ਡਿਫਲੈਕਸ਼ਨ ਆ ਸਾਰੀ ਇਨਫਿਨਿਟੀ ਵੱਲ ਨੂੰ ਹੋ ਜਾਣੀ ਆ। ਹੁਣ ਨੈਕਸਟ ਮੇਰੇ ਕੋਲ ਕੇਸ ਆ ਜਾਂਦਾ ਕਿ ਮੰਨ ਲਓ ਇਹਦੇ ਜਿਹੜੇ ਟਰਮੀਨਲ ਆ ਆਪਣੇ ਕੋਲ ਕੀ ਆ, ਹੁਣ ਸ਼ਾਰਟ ਆ ਜਾਂ ਫਿਰ ਜਿਹੜੀ ਰੈਜ਼ਿਸਟੈਂਸ ਆ ਮੇਰੇ ਕੋਲ ਜਿਹੜਾ ਵੀ ਕੋਈ ਵੀ ਚੀਜ਼ ਦੀ ਮੈਂ ਰੈਜ਼ਿਸਟੈਂਸ ਦੇਖਣੀ ਉਹ ਰੈਜ਼ਿਸਟੈਂਸ ਕੀ ਆ, ਜ਼ੀਰੋ ਆ। ਸੋ ਜਦੋਂ ਹੁਣ ਮੇਰੀ ਰੈਜ਼ਿਸਟੈਂਸ ਜ਼ੀਰੋ ਆ ਉਸ ਟਾਈਮ 'ਤੇ ਕੀ ਹੋਊਗਾ ਉਹ ਵੀ ਕੇਸ ਤੁਹਾਨੂੰ ਦੱਸ ਦਿੰਦੇ ਹਾਂ ਆਪਾਂ। ਹੁਣ ਮੰਨ ਲਓ ਐਕਸ ਤੇ ਵਾਈ ਟਰਮੀਨਲ ਆ, ਇਹਦੇ ਵਿੱਚ ਕੋਈ ਆਪਾਂ ਕੰਡਕਟਰ ਲਾਇਆ ਜਿਹੜਾ ਕੰਡਕਟਰ ਸ਼ਾਰਟ ਆ, ਮੇਰੇ ਕੋਲ ਆਹ ਕੇਸ ਆ ਗਿਆ। ਹੁਣ ਇਸ ਕੇਸ ਦੇ ਵਿੱਚ ਕੀ ਹੋਊਗਾ, ਤੁਹਾਨੂੰ ਦੱਸਿਆ ਵੀ ਕਰੰਟ ਆਲਵੇਜ਼ ਟੂ ਲੋ ਰੈਜ਼ਿਸਟੈਂਸ ਪਾਥ। ਸੋ ਇਸ ਟਾਈਮ ਕੀ ਹੋਊਗਾ, ਜਿਹੜਾ ਕਰੰਟ ਫਲੋ ਹੋਊਗਾ ਇਹਦੇ ਵਿੱਚੋਂ ਜਿਹੜਾ ਕਰੰਟ ਫਲੋ ਹੋਊਗਾ ਬਹੁਤ ਘੱਟ ਹੋਊਗਾ। ਜਿਹੜਾ ਕਰੰਟ ਆ ਮੇਰਾ ਉਹ ਜਿਹੜੀ ਮੇਰੀ ਆਹ ਵਾਲੀ ਕੋਇਲ ਆ ਪੋਟੈਂਸ਼ੀਅਲ ਕੋਇਲ ਆ ਇਹਦੇ ਵਿੱਚ ਉਹ ਫਲੋ ਕਰੂਗਾ ਬਟ ਘੱਟ ਫਲੋ ਕਰੂਗਾ, ਇੰਨਾ ਜ਼ਿਆਦਾ ਨਹੀਂ ਫਲੋ ਕਰੂਗਾ। ਠੀਕ ਆ, ਜਿਹੜੀ ਪੋਟੈਂਸ਼ੀਅਲ ਕੋਇਲ ਆ ਉਹ 'ਚੋਂ ਕਿਉਂਕਿ ਪੋਟੈਂਸ਼ੀਅਲ ਕੋਇਲ ਦੀ ਰੈਜ਼ਿਸਟੈਂਸ ਇਸ ਟਾਈਮ ਕੀ ਹੋ ਗਈ ਆ, ਐਕਸ ਵਾਈ ਪੁਆਇੰਟ ਦੇ ਨਾਲੋਂ ਜ਼ਿਆਦਾ ਹੋ ਗਈ ਆ। ਸੋ ਇਸ ਕੇਸ ਦੇ ਵਿੱਚ ਕਿਉਂਕਿ ਇੱਧਰ ਨੂੰ ਕਰੰਟ ਘੱਟ ਫਲੋ ਕਰੂਗਾ ਅਤੇ ਜਿਹੜਾ ਮੈਕਸੀਮਮ ਕਰੰਟ ਆ ਉਹ ਕੀ ਕਰੂਗਾ, ਐਕਸ ਵਾਈ ਪੁਆਇੰਟ ਦੇ ਥਰੂ ਹੋ ਕੇ ਮੇਰੇ ਕੋਲ ਕੀ ਹੋਊਗਾ, ਕੋਇਲ ਬੀ ਦੇ ਵਿੱਚ ਜਾਊਗਾ। ਕੋਇਲ ਬੀ ਦੇ ਵਿੱਚੋਂ ਕੀ ਹੋ ਕੇ ਅੱਗੇ ਕੀ ਆ, ਨੈਗੇਟਿਵ ਟਰਮੀਨਲ ਤੋਂ ਉੱਪਰ ਚਲਿਆ ਜਾਊਗਾ। ਸੋ ਹੁਣ ਮੇਰੇ ਕਰੰਟ ਦੀ ਡਾਇਰੈਕਸ਼ਨ ਕੀ ਹੋਣੀ ਆ, ਆਹ ਹੋ ਜਾਣੀ ਜਿਹੜੀ ਮੈਂ ਇੱਥੇ ਡਰਾਅ ਕੀਤੀ ਹੋਈ ਆ। ਸੋ ਹੁਣ ਦੇਖੋ, ਹੁਣ ਪਹਿਲਾਂ ਮੇਰੇ ਕੋਲ ਕੀ ਸੀ, ਪਹਿਲੇ ਕੇਸ 'ਚ ਕੀ ਸੀਗਾ, ਟਰਮੀਨਲ ਓਪਨ ਸੀਗਾ, ਪੋਟੈਂਸ਼ੀਅਲ ਕੋਇਲ 'ਚ ਜ਼ਿਆਦਾ ਸੀ। ਸੋ ਪੋਟੈਂਸ਼ੀਅਲ ਕੋਇਲ ਦਾ ਫੀਲਡ ਸਟਰੋਂਗ ਸੀਗਾ, ਉਹ ਫੀਲਡ ਸਟਰੋਂਗ ਹੋਣ ਕਰਕੇ ਕੀ ਆ, ਪੁਆਇੰਟਰ ਨੂੰ ਉਹਨੇ ਕੀ ਕੀਤਾ, ਇਨਫਿਨਿਟੀ ਵਾਲੀ ਸਾਈਡ ਨੂੰ ਮੂਵ ਕੀਤਾ। ਹੁਣ ਰੈਜ਼ਿਸਟੈਂਸ ਜਿਹੜੀ ਆ ਮੇਰੀ ਜ਼ੀਰੋ ਹੋ ਗਈ ਆ। ਠੀਕ ਆ, ਰੈਜ਼ਿਸਟੈਂਸ ਜ਼ੀਰੋ ਹੋ ਗਈ ਆ ਕਿਉਂਕਿ ਕੰਡਕਟਰ ਜਿਹੜਾ ਬਿਲਕੁਲ ਠੀਕ ਆ, ਸ਼ਾਰਟ ਆ ਕੰਡਕਟਰ। ਸੋ ਇਸ ਟਾਈਮ ਕੀ ਆ, ਜਿਹੜਾ ਕਰੰਟ ਆ ਮੈਕਸੀਮਮ ਕਰੰਟ ਜਿਹੜਾ ਆ ਕੋਇਲ ਬੀ 'ਚੋਂ ਯਾਨੀ ਕਿ ਜਿਹੜੀ ਮੇਰੀ ਕਰੰਟ ਕੋਇਲ ਆ ਉਹਦੇ ਵਿੱਚ ਚਲਾ ਗਿਆ, ਜਿਹਦੇ ਕਰਕੇ ਕੀ ਆ, ਜਿਹੜਾ ਪੁਆਇੰਟਰ ਸੀਗਾ, ਜਿਹੜਾ ਕੋਇਲ ਬੀ ਸੀਗਾ, ਇਹਦਾ ਜਿਹੜਾ ਫੀਲਡ ਆ ਉਹ ਜ਼ਿਆਦਾ ਸਟਰੋਂਗ ਹੋ ਗਿਆ। ਸੋ ਇਹਦਾ ਫੀਲਡ ਸਟਰੋਂਗ ਹੋਣ ਕਰਕੇ ਕੀ ਹੋਣਾ, ਜਿਹੜਾ ਮੇਰਾ ਪੁਆਇੰਟਰ ਆ ਉਹ ਜ਼ੀਰੋ ਵਾਲੀ ਸਾਈਡ ਨੂੰ ਮੂਵ ਕਰ ਜਾਣਾ। ਠੀਕ ਆ, ਉਹ ਕੀ ਹੋਣਾ, ਜ਼ੀਰੋ ਵਾਲੀ ਸਾਈਡ 'ਤੇ ਮੂਵ ਕਰ ਜਾਣਾ, ਜਿਹਦੇ ਕਰਕੇ ਕੀ ਆ, ਇੰਡੀਕੇਸ਼ਨ ਮੇਰੇ ਕੋਲ ਕੀ ਆ, ਜ਼ੀਰੋ ਆ ਜਾਣੀ ਆ ਕਿ ਹਾਂ ਵੀ ਮੇਰੇ ਜਿਹੜਾ ਵੀ ਆਪਾਂ ਟੈਸਟਿੰਗ ਵਾਸਤੇ ਆਪਾਂ ਲਾਈ ਹੋਈ ਆ ਚੀਜ਼, ਉਹਦੀ ਜਿਹੜੀ ਰੈਜ਼ਿਸਟੈਂਸ ਆ ਉਹ ਕੀ ਆ, ਜ਼ੀਰੋ ਰੈਜ਼ਿਸਟੈਂਸ ਆ ਉਹਦੀ। ਸੋ ਇਹ ਤਾਂ ਹੋ ਗਿਆ ਮੇਰੇ ਕੋਲ ਕੇਸ ਵੀ ਜਦੋਂ ਇਨਫਿਨਿਟੀ ਆ ਅਤੇ ਜ਼ੀਰੋ ਆ। ਅਤੇ ਮੰਨ ਲਓ ਜਦੋਂ ਆਪਣੇ ਕੋਲ ਰੈਜ਼ਿਸਟੈਂਸ, ਕੁਛ ਰੈਜ਼ਿਸਟੈਂਸ ਦੀ ਵੈਲਿਊ ਮੇਰੇ ਕੋਲ ਹੈਗੀ ਆ ਇਹਦੇ ਵਿੱਚ, ਕੁਛ ਮੇਰੇ ਕੋਲ ਮੰਨ ਲਓ ਰੈਜ਼ਿਸਟੈਂਸ ਆ ਆਪਾਂ ਇੱਥੇ ਲਗਾਈ ਹੋਈ। ਠੀਕ ਆ, ਕੋਈ ਰੈਜ਼ਿਸਟੈਂਸ ਦੀ ਵੈਲਿਊ ਹੈਗੀ। ਇਸ ਟਾਈਮ 'ਤੇ ਕੀ ਹੋਊਗਾ, ਇਸ ਟਾਈਮ 'ਤੇ ਕੁਛ ਕਰੰਟ ਜਿਹੜਾ ਹੋਊਗਾ ਇਹਦੇ ਵਿੱਚੋਂ ਫਲੋ ਕਰੂਗਾ ਅਤੇ ਉਨਾ ਹੀ ਕਰੰਟ ਜਿਹੜਾ ਕਰੰਟ ਕੋਇਲ 'ਚੋਂ ਫਲੋ ਕਰੂਗਾ। ਸੋ ਉਹਦੇ ਕਰਕੇ ਕੀ ਆ, ਪੁਆਇੰਟਰ ਜਿਹੜਾ ਆ ਕਿਤੇ ਸੈਂਟਰ ਦੇ ਵਿੱਚ ਕੀ ਹੋਊਗਾ, ਆਪਣੀ ਡਿਫਲੈਕਸ਼ਨ ਦਊਗਾ, ਨਾ ਜ਼ੀਰੋ, ਕਿਉਂਕਿ ਇੱਥੇ ਜ਼ੀਰੋ ਵੀ ਹੈ ਨਹੀਂ ਗੀ ਰੈਜ਼ਿਸਟੈਂਸ। ਜ਼ੀਰੋ ਰੈਜ਼ਿਸਟੈਂਸ ਦਾ ਮਤਲਬ ਕਿ ਸ਼ਾਰਟ ਆ। ਸੋ ਇੱਥੇ ਜ਼ੀਰੋ ਰੈਜ਼ਿਸਟੈਂਸ ਨਹੀਂ ਆ, ਵਿੱਚ ਰੈਜ਼ਿਸਟੈਂਸ ਲੱਗੀ। ਇਸ ਕਰਕੇ ਕੀ ਆ, ਦੋਨੋਂ ਜਿਹੜੇ ਫੀਲਡ ਪ੍ਰੋਡਿਊਸ ਕਰਨਗੇ ਕੋਇਲ ਏ ਅਤੇ ਕੋਇਲ ਬੀ, ਉਹ ਇਸ ਅਕੋਰਡਿੰਗ ਕਰਨਗੇ ਕਿ ਜਿਹੜਾ ਪੁਆਇੰਟਰ ਆ ਉਹ ਕਿਤੇ ਸੈਂਟਰ ਦੇ ਵਿੱਚ ਕੀ ਹੋਊਗਾ, ਆਪਣੀ ਡਿਫਲੈਕਸ਼ਨ ਦਊਗਾ। ਸੋ ਇਹ ਜਿਹੜੀ ਹੁੰਦੀ ਆ ਸਿੰਪਲ ਜੀ ਵਰਕਿੰਗ ਹੁੰਦੀ ਆ ਆਪਣੇ ਕੋਲ ਮੈਗਰ ਦੀ। ਬਾਕੀ ਇਹਦੀ ਆਪਾਂ ਦੇਖੋ ਕੰਸਟਰਕਸ਼ਨ ਅਤੇ ਵਰਕਿੰਗ ਜਿਹੜੀ ਆ ਸਟੱਡੀ ਕਰ ਲਈ, ਬਹੁਤ ਸਿੰਪਲ ਆ। ਤੋ ਇਹਦੇ ਵਿੱਚ ਵੀ ਆ ਦੇਖੋ ਲਾਸਟ ਦੇ ਵਿੱਚ ਸੇਮ ਹੀ ਪੁਆਇੰਟ 2 ਮੈਂਸ਼ਨ ਕੀਤੇ ਹੋਏ ਆ। ਬਾਕੀ ਇਹ ਸਾਰੇ ਤੁਸੀਂ ਨੋਟਸ ਕਰ ਲਿਓ, ਪੁਆਇੰਟ ਬਾਏ ਪੁਆਇੰਟ ਹੀ ਨੋਟ ਕਰੀਓ। ਪੁਆਇੰਟ ਦੇ ਵਿੱਚ ਜਦੋਂ ਆਪਾਂ ਕੋਈ ਚੀਜ਼ ਨੋਟ ਕਰਦੇ ਹਾਂ ਤੁਹਾਨੂੰ ਸਮਝਣਾ ਜਿਹੜਾ ਹੁੰਦਾ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ। ਸੋ ਮੇਨ ਜਿਹੜੀ ਆਪਣੀ ਵਰਕਿੰਗ ਜਿਹੜੀ ਸਟਾਰਟ ਹੋਈ ਆ, ਇੱਥੇ ਤੱਕ ਤਾਂ ਤੁਹਾਨੂੰ ਕੰਸਟਰਕਸ਼ਨ ਉਹਦੀ ਦੱਸਿਆ ਸੀ ਵੀ ਹਰ ਪਾਰਟ ਕਿੱਦਾਂ ਵਰਕ ਕਰਦਾ। ਇੱਥੋਂ ਮੇਨ ਆਪਣੀ ਵਰਕਿੰਗ ਸਟਾਰਟ ਹੋ ਗਈ ਆ ਕਿ ਜਦੋਂ ਵੀ ਜਿਹੜੀ ਵੋਲਟੇਜ ਹੁੰਦੀ ਆ ਸਰਕਟ ਦੀ ਆਪਾਂ ਇਨਕਰੀਜ਼ ਕਰਦੇ ਹਾਂ ਤਾਂ ਪੁਆਇੰਟਰ ਦੀ ਜਿਹੜੀ ਡਿਫਲੈਕਸ਼ਨ ਹੁੰਦੀ ਆ ਉਹ ਵੀ ਇਨਕਰੀਜ਼ ਹੋ ਜਾਂਦੀ ਆ। ਠੀਕ ਆ, ਯਾਨੀ ਕਿ ਜਿੰਨੀ ਵੋਲਟੇਜ ਜ਼ਿਆਦਾ ਹੋਊਗੀ ਉਨੀ ਡਿਫਲੈਕਸ਼ਨ ਜਿਹੜੀ ਆ ਇਨਕਰੀਜ਼ ਹੋਊਗੀ, ਜਿੰਨਾ ਕਰੰਟ ਜ਼ਿਆਦਾ ਹੋਊਗਾ ਉਨੀ ਡਿਫਲੈਕਸ਼ਨ ਡਿਕਰੀਜ਼ ਹੋਊਗੀ। ਯਾਨੀ ਕਿ ਵੋਲਟੇਜ ਜਿਹੜਾ ਆਪਣਾ ਰਿਜ਼ਲਟੈਂਟ ਟਾਰਕ ਹੋਊਗਾ ਉਹ ਵੋਲਟੇਜ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗਾ, ਬਟ ਕਰੰਟ ਦੇ ਕੀ ਹੋਊਗਾ, ਇਨਵਰਸਲੀ ਪ੍ਰਪੋਰਸ਼ਨਲ ਹੋਊਗਾ। ਸੋ ਵੋਲਟੇਜ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੋਣ ਕਰਕੇ ਅਤੇ ਕਰੰਟ ਦੇ ਇਨਵਰਸਲੀ ਪ੍ਰਪੋਰਸ਼ਨਲ ਹੋਣ ਕਰਕੇ ਜਿਹੜਾ ਮੇਰਾ ਪੁਆਇੰਟਰ ਆ ਉੱਪਰ ਥੱਲੇ ਮੂਵ ਕਰਦਾ। ਠੀਕ ਹੈ, ਸੋ ਇਹੀ ਅੱਜ ਦਾ ਆਪਣਾ ਟੌਪਿਕ ਸੀਗਾ। ਨੈਕਸਟ ਟੌਪਿਕ ਦੇ ਵਿੱਚ ਆਪਾਂ ਜਿਹੜਾ ਹੁਣ ਅਰਥ ਟੈਸਟ ਸਟੱਡੀ ਕਰਾਂਗੇ ਅਤੇ ਜੇ ਟਾਈਮ ਲੱਗਾ ਤਾਂ ਫਰੀਕੁਐਂਸੀ ਮੀਟਰ ਵੀ ਉਹਦੇ ਵਿੱਚ ਹੀ ਆਪਾਂ ਸਟੱਡੀ ਕਰ ਲਾਂਗੇ। ਠੀਕ ਹੈ, ਬਾਕੀ ਇਹਦੇ ਤੁਸੀਂ ਨੋਟਸ ਬਣਾ ਲਓ, ਬਾਕੀ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ।